ਸੋ ਹੁਣ ਤੱਕ ਕੀ ਸੀਗਾ, ਉਹ ਇਹੋ ਜਿਹੇ ਸਟੂਡੈਂਟਸ ਪੋਸਟ ਗ੍ਰੈਡ ਵਰਕ ਪਰਮਿਟ ਲਈ ਕੁਆਲੀਫਾਈ ਕਰਦੇ ਸੀਗੇ। ਹੁਣ ਗਾਹਾਂ ਤੋਂ ਆ ਚੀਜ਼ ਬੰਦ ਹੋ ਜਾਣੀ ਹੈਗੀ। ਸਾਲ 2023 ਤੋਂ ਬਾਅਦ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਸੀ, ਬਾਰ-ਬਾਰ ਕਿਤੇ ਡੈਪੂਟੇਸ਼ਨ ਆ ਜਾਂਦੀ ਸੀ, ਕੁਛ ਨਾ ਕੁਛ ਪ੍ਰੋਬਲਮ ਹੋਰ ਆ ਰਹੀ ਸੀ। ਕਿਸੇ ਨੇ 1 ਸਾਲ ਦਾ ਕੀਤਾ, ਉਹਨਾਂ ਨੂੰ 1 ਸਾਲ ਦਾ ਪੋਸਟ ਗ੍ਰੈਡ ਵਰਕ ਪਰਮਿਟ ਮਿਲਿਆ ਕਰੂਗਾ। 1.5 ਸਾਲ ਦੀ ਪੜ੍ਹਾਈ ਕੀਤੀ ਹੈ, 1.5 ਸਾਲ ਦਾ ਮਿਲੂਗਾ। 2 ਸਾਲ ਦੀ ਪੜ੍ਹਾਈ ਕੀਤੀ ਹੈ, 2 ਸਾਲ ਦਾ ਮਿਲਣਾ ਹੈਗਾ। ਸੋ ਦਿਸ ਇਜ਼ ਦ ਮੇਜਰ ਚੇਂਜਸ ਇਨ ਦਿਸ ਇੰਟਰਨੈਸ਼ਨਲ ਸਟੱਡੀ ਸਿਸਟਮ। ਸੋ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਸਟੂਡੈਂਟਸ ਆਪਦੇ ਸਪਾਊਸ ਨੂੰ ਇੱਥੇ ਬੁਲਾ ਸਕਦੇ ਨੇ। ਜੇ ਤੁਸੀਂ ਮੈਰਿਜ ਆਫ ਕਨਵੀਨੀਅੰਸ 'ਚ ਐਂਟਰ ਕਰਦੇ ਹੋ ਐਂਡ ਤੁਹਾਡੀ ਮੈਰਿਜ ਜੇ IRCC ਵੱਲੋਂ ਫੇਕ ਪ੍ਰੂਵ ਹੋ ਜਾਂਦੀ ਹੈ, ਤੁਹਾਡੇ ਲਈ ਕੀ ਕੌਨਸੀਕੁਐਂਸਸ ਨੇ? 5 ਸਾਲ ਲਈ ਬੈਨ ਵੀ ਲਾ ਦੇਣਾ ਹੈਗਾ ਹੈ ਗਵਰਨਮੈਂਟ ਨੇ। ਯੂ ਕੈਨ ਨਾਟ ਅਪਲਾਈ ਫॉर ਐਨੀ ਐਪਲੀਕੇਸ਼ਨ ਫॉर ਨੈਕਸਟ 5 ਇਅਰਸ। ਇੰਡੀਆ 'ਚ ਬੇਸਿਕਲੀ ਜਿਹੜੇ ਏਜੰਟਸ ਨੇ ਕੈਨੇਡੀਅਨ ਡ੍ਰੀਮ ਵੇਚਦੇ ਆ ਬੱਚਿਆਂ ਨੂੰ। +2 ਤੋਂ ਬਾਅਦ ਮੈਂ ਕਦੀ ਰਿਕਮੈਂਡ ਨਹੀਂ ਕੀਤੀ ਅੱਜ ਤੱਕ ਕਿ ਤੁਸੀਂ ਪੜ੍ਹਾਈ ਕਰਨ ਲਈ ਕੈਨੇਡਾ ਆਓ, ਰਾਈਟ। ਸੋ PR ਲੈਣੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੌਖੀ ਹੋ ਜਾਣੀ ਹੈ। TV ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਪ੍ਰਾਚੀ ਸੈਣੀ ਤੇ ਤੁਸੀਂ ਦੇਖ ਰਹੇ ਹੋ ਕੈਨੇਡਾ ਤੋਂ ਸਾਡੀ ਖਾਸ ਪੇਸ਼ਕਸ਼। ਸਾਲ 2023 ਤੋਂ ਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਸੀਗੀਆਂ, ਜਿਨ੍ਹਾਂ ਵਿੱਚੋਂ ਕਈ ਬਹੁਤ ਹੀ ਜ਼ਿਆਦਾ ਚਿੰਤਾਜਨਕ ਵੀ ਸੀਗੀਆਂ। ਜਿੱਥੇ 700 ਸਟੂਡੈਂਟਸ ਲਈ ਡੈਪੂਟੇਸ਼ਨ ਸਾਹਮਣੇ ਖੜੀ ਸੀ, ਉੱਥੇ ਹੀ ਸਾਲ 2023 ਦੇ ਅੰਤ ਦਸੰਬਰ ਵਿੱਚ ਕਿਤੇ ਨਾ ਕਿਤੇ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਵਾਲੇ ਨੇ ਸਖਤ ਹੁੰਦੇ ਸਾਨੂੰ ਨਜ਼ਰ ਆਏ। ਜਿੱਥੇ GIC ਡਬਲ ਹੁੰਦੀ ਦਿਖੀ, ਉੱਥੇ ਹੀ ਕਿਤੇ ਨਾ ਕਿਤੇ PGWP ਵਾਲਿਆਂ ਲਈ ਨਏ ਤੋਂ ਨਏ ਰੂਲਸ ਆ ਰਹੇ ਸੀ। ਉਹਨਾਂ ਦੀ ਮੁਸ਼ਕਿਲਾਂ ਵੀ ਕਿਤੇ ਨਾ ਕਿਤੇ ਵੱਧਦੀਆਂ ਦਿਖੀਆਂ ਤੇ ਕਿਤੇ ਨਾ ਕਿਤੇ ਆਹ ਵੀ ਸਵਾਲ ਉੱਠ ਰਹੇ ਸੀਗੇ ਕਿ ਕੀ ਹੁਣ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਆਉਣਗੇ ਜਾਂ ਨਹੀਂ ਵੀ ਪਲਾਨ ਕਰਨਗੇ ਆਉਣ ਦਾ। ਫਿਲਹਾਲ ਮੈਨੂੰ ਲੱਗਦਾ ਸਟੂਡੈਂਟਸ ਲਈ ਨਾ ਕੈਨੇਡੀਅਨ ਇਮੀਗ੍ਰੇਸ਼ਨ ਵਾਲਿਆਂ ਨੇ ਸਵਾਲ ਛੱਡਿਆ ਹੀ ਨਹੀਂ, ਕਿਉਂਕਿ ਬਹੁਤ ਜ਼ਿਆਦਾ ਸਖਤਾਈ ਉਹਨਾਂ ਲਈ ਹੋ ਗਈ ਸੀ। ਜਿੱਥੇ ਮਾਰਕ ਮਿਲਰ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਸਟੂਡੈਂਟਸ ਦੀ ਜਿਹੜੀ ਗਿਣਤੀ ਹੈ ਉਸ 'ਤੇ ਕਿਤੇ ਨਾ ਕਿਤੇ ਕੰਟਰੋਲ ਲੈ ਕੇ ਆਇਆ ਜਾਊਗਾ। ਉੱਥੇ ਹੀ BC ਵਰਗੀ ਪ੍ਰੋਵਿੰਸ ਅਨਾਊਂਸ ਕਰ ਦਿੰਦੀ ਹੈ ਕਿ 2 ਸਾਲ ਲਈ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਐਡਮਿਟ ਨਹੀਂ ਕਰਨਗੇ। ਫਿਲਹਾਲ ਮੈਂ ਇਹਦੇ 'ਤੇ ਪੂਰੀ ਇਨਫੋਰਮੇਸ਼ਨ ਨਹੀਂ ਦੇ ਸਕਦੀ, ਬਟ ਮੇਰੇ ਨਾਲ ਇੱਕ ਇਹੋ ਜਿਹੀ ਪਰਸਨੈਲਿਟੀ ਅੱਜ ਆਫਿਸ ਵਿੱਚ ਜੁੜ ਚੁੱਕੇ ਨੇ ਜਿਹੜੇ ਇਸ ਚੀਜ਼ 'ਤੇ ਤੁਹਾਨੂੰ ਪ੍ਰੋਪਰ ਇੱਕ ਡੀਟੇਲਡ ਇਨਫੋਰਮੇਸ਼ਨ ਦੇਣਗੇ, ਕਿਉਂਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਹੀ ਇਜ਼ ਅ ਮਾਸਟਰ ਆਫ ਹਿਸ ਟ੍ਰੇਡ। ਸੋ ਮੇਰੇ ਨਾਲ ਜੁੜ ਚੁੱਕੇ ਨੇ ਕੈਨਿਕਸ ਕੰਸਲਟੈਂਟ ਐਂਡ ਇਮੀਗ੍ਰੇਸ਼ਨ ਸਰੀ ਤੋਂ ਅਨੁਜ ਸਿੰਘ, ਜਿਹੜੇ ਕਿ RCIC ਐਂਡ ਡਾਇਰੈਕਟਰ ਨੇ ਫॉर ਕੈਨਿਕਸ ਇਮੀਗ੍ਰੇਸ਼ਨਸ। ਸੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਨੁਜ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ TV ਪੰਜਾਬ ਤੇ। Thank you very much, Prachi, for giving me an opportunity to talk about this burning topic. And TV ਪੰਜਾਬੀ ਵੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਵਾਗਤ ਹੈ। So yeah, we will talk much more about the very burning topic. We are also getting a lot of calls and queries regarding these changes. So ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਇਸ ਮਸਲੇ 'ਚ। ਬਿਲਕੁਲ। ਅੱਛਾ, ਸਭ ਤੋਂ ਵੱਡੀ ਗੱਲ ਸਟੂਡੈਂਟਸ ਦਾ ਜਿਹੜਾ ਆਪਾਂ ਟੌਪਿਕ ਦੇਖ ਸਕਦੇ ਹਾਂ ਨਾ, ਸਾਲ 2023 ਤੋਂ ਬਾਅਦ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਸੀ। ਬਾਰ-ਬਾਰ ਕਿਤੇ ਡੈਪੂਟੇਸ਼ਨ ਆ ਜਾਂਦੀ ਸੀ, ਕੁਛ ਨਾ ਕੁਛ ਪ੍ਰੋਬਲਮ ਹੋਰ ਆ ਰਹੀ ਸੀ, GIC ਵੱਧ ਗਈ। ਸੋ ਮੈਨੂੰ ਲੱਗਦਾ ਇਟਸ ਬੀਨ ਅ ਰੋਲਰ ਕੋਸਟਰ ਫॉर them। ਤੇ ਰੋਲਰ ਕੋਸਟਰ ਜਿਹਦੇ ਵਿੱਚ ਹਾਈਜ਼ ਹੀ ਸੀਗੇ, ਮਤਲਬ ਉਹਨਾਂ ਲਈ ਕੋਈ ਵੀ ਸੈਟਲਮੈਂਟ ਪੁਆਇੰਟ ਆ ਹੀ ਨਹੀਂ ਰਿਹਾ ਸੀ। ਹਰ ਦੂਜੇ ਦਿਨ ਅਸੀਂ ਕੁਛ ਨਾ ਕੁਛ ਸਟੂਡੈਂਟਸ ਲਈ ਸੁਣ ਰਹੇ ਸੀਗੇ ਜਾਂ ਕਿਤੇ ਅਥਾਰਟੀਜ਼ ਕੁਛ ਪਲਾਨ ਕਰ ਰਹੀਆਂ ਸੀਗੀਆਂ। ਸੋ ਰੀਸੈਂਟ ਜਿਹੜਾ ਮੂਵ ਆਇਆ ਉਹਦੇ ਤੋਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ BC ਨੇ ਇੱਕ ਨਇਆ ਰੂਲ ਇੰਟਰੋਡਿਊਸ, ਇੱਕ ਨਈ ਅਨਾਊਂਸਮੈਂਟ ਕਰਤੀ ਹੈ। ਮੈਂ ਚਾਹਾਂਗੀ ਤੁਸੀਂ ਪਹਿਲੇ ਸਾਨੂੰ ਦੱਸੋ ਉਹ ਕੀ ਹੈਗੀ ਆ, ਉਹਦੇ ਬਾਰੇ ਤੁਹਾਨੂੰ ਦੱਸੋ ਥੋੜ੍ਹਾ। BC ਨੇ ਜਿਹੜਾ ਨਇਆ ਰੂਲ ਅਨਾਊਂਸ ਕੀਤਾ ਬੇਸਿਕਲੀ ਜਿਹੜਾ ਰੂਲ ਹੈਗਾ ਉਹ ਤਾਂ ਟੈਕਨੀਕਲੀ ਕੈਨੇਡੀਅਨ ਗਵਰਨਮੈਂਟ ਨੇ ਹੀ ਲਾਂਚ ਕੀਤਾ ਹੈਗਾ, ਜਿਹੜਾ ਰਿਫਾਰਮ ਕਰ ਰਹੇ ਨੇ ਉਹ ਇੰਟਰਨੈਸ਼ਨਲ ਸਟੱਡੀ ਸਿਸਟਮ ਨੂੰ। ਸੋ ਵੀ ਕੈਨ ਗੋ ਵਨ ਬਾਈ ਵਨ ਵਾਟ ਆਰ ਦਾ ਬੇਸਿਕ ਚੇਂਜਸ। ਸਭ ਤੋਂ ਪਹਿਲਾਂ ਚੇਂਜ ਤਾਂ ਆਹੀ ਹੈਗਾ ਕਿ ਉਹਨਾਂ ਨੇ ਕੈਪਿੰਗ ਲਾ ਦਿੱਤੀ ਹੈਗੀ ਆ। ਸੋ ਇਸ ਸਾਲ 2024 ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਨੇ ਇਕੱਲੇ 360,000 ਸਟੂਡੈਂਟਸ ਨੂੰ ਹੀ ਐਡਮਿਸ਼ਨ ਦੇਣੀ ਹੈਗੀ। ਮੀਨਸ 360,000 ਵਰਕ ਪਰਮਿਟ ਹੀ ਇਸ਼ੂ ਕਰਨੇ ਆ, ਤੇ ਜਿਹੜੇ 35% ਘੱਟ ਹੋਣਗੇ ਪਿਛਲੇ ਸਾਲ ਦੇ ਮੁਕਾਬਲੇ। ਸੋ ਦਿਸ ਇਜ਼ ਦ ਵਨ, ਗਿਣਤੀ ਘੱਟ ਜਾਣੀ ਹੈ ਇਸ ਸਾਲ। ਨੰਬਰ 2, ਪ੍ਰਾਈਵੇਟ ਐਂਡ ਪਬਲਿਕ ਸਿਸਟਮ ਦਾ ਜਿਹੜਾ ਇੱਥੇ ਸਿਸਟਮ ਚੱਲਦਾ ਸੀਗਾ ਕਿ ਕਈ ਕਾਲਜਸ ਜਿਹੜੇ ਨੇ ਉਹ ਟਾਈ ਅਪ ਕਰਦੇ ਸੀਗੇ ਪਬਲਿਕ ਯੂਨੀਵਰਸਿਟੀਜ਼ ਦੇ ਨਾਲ, and they were also authorized to issue postgrad work permit. So I will give you basic example. Best ਹੈਗਾ ਆਪਾਂ example ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆ ਬਹੁਤ ਵੱਡਾ ਚੇਂਜ ਹੈਗਾ, ਇਹਦੇ ਕਰਕੇ ਬਹੁਤ ਜ਼ਿਆਦਾ ਚੇਂਜਸ ਆਉਣ ਵਾਲੇ ਨੇ ਫਿਊਚਰ ਦੇ ਵਿੱਚ। ਸੋ ਬੇਸਿਕਲੀ ਪਹਿਲਾਂ ਕੀ ਹੁੰਦਾ ਸੀਗਾ ਕਿ ਮੰਨ ਲਓ ਮੈਂ ਕਾਲਜ ਹਾਂ, ਮੈਂ ਯੂਨੀਵਰਸਿਟੀ ਹਾਂ, ਤੁਸੀਂ ਇੱਕ ਕਾਲਜ ਖੋਲ੍ਹਿਆ, ਪਰ
ਤੁਸੀਂ ਮੇਰੀ ਯੂਨੀਵਰਸਿਟੀ ਦੇ ਨਾਲ ਟਾਈ ਅਪ ਕਰ ਲਿਆ। ਸੋ ਆਪਾਂ ਟਾਈ ਅਪ ਇੱਦਾਂ ਦਾ ਕੀਤਾ ਹੈਗਾ ਕਿ ਤੁਸੀਂ ਸਟੂਡੈਂਟਸ ਨੂੰ ਬੁਲਾਉਣਾ ਆ, ਰਿਕਰੂਟ ਕਰਨਾ ਆ, ਤੇ ਸਟੂਡੈਂਟਸ ਨੇ ਤੁਹਾਡੇ ਕਾਲਜ ਦੇ ਵਿੱਚ ਜਾ ਕੇ ਪੜ੍ਹਾਈ ਕਰਨੀ ਹੈਗੀ ਆ, ਪਰ ਕੁਰਿਕੂਲਮ ਜਿਹੜਾ ਹੈਗਾ ਉਹ ਸਾਡੀ ਯੂਨੀਵਰਸਿਟੀ ਦਾ ਹੋਊਗਾ। ਤੇ ਜਦੋਂ ਤੁਹਾਡਾ ਸਟੂਡੈਂਟ ਪੜ੍ਹਾਈ ਕੰਪਲੀਟ ਕਰੂਗਾ, ਉਹਨਾਂ ਨੂੰ ਜਿਹੜੀ ਵੀ ਪੜ੍ਹਾਈ ਕਰਨੀ ਹੈਗੀ, ਡਿਪਲੋਮਾ, ਡਿਗਰੀ, ਸਰਟੀਫਿਕੇਟ, ਉਹਨਾਂ ਨੂੰ ਸਾਡੀ ਯੂਨੀਵਰਸਿਟੀ ਨੇ ਇਸ਼ੂ ਕਰਨਾ ਆ, ਬਟ ਪ੍ਰੈਕਟੀਕਲੀ ਦੇ ਆਰ ਸਟੱਡਿੰਗ ਐਟ ਯੋਰ ਕਾਲਜ। ਸੋ ਹੁਣ ਤੱਕ ਕੀ ਸੀਗਾ, ਉਹ ਇਹੋ ਜਿਹੇ ਸਟੂਡੈਂਟਸ ਪੋਸਟ ਗ੍ਰੈਡ ਵਰਕ ਪਰਮਿਟ ਲਈ ਕੁਆਲੀਫਾਈ ਕਰਦੇ ਸੀਗੇ, ਹੁਣ ਗਾਹਾਂ ਤੋਂ ਆ ਚੀਜ਼ ਬੰਦ ਹੋ ਜਾਣੀ ਹੈਗੀ। ਸੋ ਦਿਸ ਇਜ਼ ਦ ਮੇਜਰ ਚੇਂਜਸ ਇਨ ਦਿਸ ਇੰਟਰਨੈਸ਼ਨਲ ਸਟੱਡੀ ਸਿਸਟਮ। ਸੋ ਇਹਦੇ ਕਰਕੇ ਕੀ ਹੋਊਗਾ ਕਿ ਜਿਹੜੇ ਪ੍ਰਾਈਵੇਟ ਕਾਲਜਸ ਨੇ ਉਹਨਾਂ ਨੂੰ ਕਾਫੀ ਚੈਲੰਜਸ ਫੇਸ ਕਰਨੀਆਂ ਪੈਣੀਆਂ, ਕਿਉਂਕਿ ਮੇਜਰ ਸੋਰਸ ਹੈਗਾ ਉਹਨਾਂ ਦਾ ਇੰਟਰਨੈਸ਼ਨਲ ਸਟੂਡੈਂਟਸ। ਪ੍ਰੈਕਟੀਕਲੀ ਜਸਟ ਥਿੰਕ ਅਬਾਊਟ ਕਿ ਵਾਈ ਇੰਟਰਨੈਸ਼ਨਲ ਸਟੂਡੈਂਟਸ ਵਿਲ ਕਮ ਟੂ ਕੈਨੇਡਾ just for study purpose. So this is the second major changes. Third one is duration of post-grad work permit duration. So basically ਹੁਣ ਤੱਕ ਕੀ ਸੀਗਾ ਕਿ ਮੰਨ ਲਓ ਕਿਸੇ ਨੇ 2 ਸਾਲ ਦਾ ਡਿਪਲੋਮਾ ਕੀਤਾ ਤੇ ਉਹਨਾਂ ਨੂੰ ਪੋਸਟ-ਗ੍ਰੈਡ ਵਰਕ ਪਰਮਿਟ ਇਸ਼ੂ ਹੁੰਦਾ ਸੀਗਾ 3 ਸਾਲਾਂ ਲਈ। ਕਿਸੇ ਨੇ 1 ਸਾਲ ਦੀ ਪੜ੍ਹਾਈ ਕੀਤੀ ਹੈਗੀ, ਭਾਵੇਂ ਉਹ ਡਿਪਲੋਮਾ ਹੋਵੇ, ਸਰਟੀਫਿਕੇਟ ਹੋਵੇ, ਤਾਂ ਉਹਨਾਂ ਨੂੰ 1 ਸਾਲ ਦਾ ਮਿਲਦਾ ਸੀਗਾ। ਬਟ 1 ਸਾਲ ਤੋਂ ਵੱਧ ਹੋ ਗਿਆ, 1.5 ਸਾਲ ਦਾ ਹੋ ਗਿਆ, ਉਹਨਾਂ ਨੂੰ 3 ਸਾਲ ਦਾ ਮਿਲਦਾ ਸੀਗਾ। ਹੁਣ ਗਾਹਾਂ ਤੋਂ ਕੱਲੇ ਮਾਸਟਰਸ ਵਾਲਿਆਂ ਨੂੰ 3 ਸਾਲ ਦਾ ਪੋਸਟ-ਗ੍ਰੈਡ ਵਰਕ ਪਰਮਿਟ ਕਰਨਾ ਹੈਗਾ, ਮਾਸਟਰਸ ਐਂਡ PhD। ਉਸ ਤੋਂ ਇਲਾਵਾ ਕਿਸੇ ਨੇ 1 ਸਾਲ ਦਾ ਕੀਤਾ, ਉਹਨਾਂ ਨੂੰ 1 ਸਾਲ ਦਾ ਪੋਸਟ-ਗ੍ਰੈਡ ਵਰਕ ਪਰਮਿਟ ਮਿਲਿਆ ਕਰੂਗਾ। 1.5 ਸਾਲ ਦੀ ਪੜ੍ਹਾਈ ਕੀਤੀ ਹੈ, 1.5 ਸਾਲ ਦਾ ਮਿਲੂਗਾ। 2 ਸਾਲ ਦੀ ਪੜ੍ਹਾਈ ਕੀਤੀ ਹੈ, 2 ਸਾਲ ਦਾ ਮਿਲਣਾ ਹੈਗਾ। Second change is this. Third change is this. The fourth one is spousal open work permit. So ਇੱਕ ਪ੍ਰੋਗਰਾਮ ਹੈਗਾ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਅੰਡਰ C42 ਟੈਕਨੀਕਲੀ ਕਹਿੰਦੇ ਨੇ ਉਹਨਾਂ ਨੂੰ, ਕਿ ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਆਪਣੇ ਸਪਾਊਸ ਨੂੰ ਇੱਥੇ ਓਪਨ ਵਰਕ ਪਰਮਿਟ ਤੇ ਬੁਲਾ ਸਕਦਾ ਹੈਗਾ। ਇਟਸ ਕਾਈਂਡ 1+1 ਆਪਸ਼ਨ, ਰਾਈਟ? ਸੋ ਆਉਣ ਵਾਲੇ ਟਾਈਮ ਦੇ ਵਿੱਚ ਹਜੇ ਆ ਸਿਸਟਮ ਇੰਪਲੀਮੈਂਟ ਨਹੀਂ ਹੋਇਆ ਹੈਗਾ ਜਿਹੜੇ ਚੇਂਜਸ ਨੇ, ਬਟ ਗਵਰਨਮੈਂਟ ਕਹਿ ਰਹੀ ਹੈਗੀ ਕਿ ਦੇ ਵਿਲ ਇੰਪਲੀਮੈਂਟ ਦਿਸ ਵੈਰੀ ਸੂਨ। ਕਦੇ ਵੀ ਹੋ ਸਕਦਾ ਹੈਗਾ। ਇਫ ਯੂ ਆਸਕ ਮੀ ਵੈਨ, ਆਈ ਕੈਨ ਨਾਟ ਆਨਸਰ, ਰਾਈਟ? ਸੋ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਸਟੂਡੈਂਟਸ ਆਪਦੇ ਸਪਾਊਸ ਨੂੰ ਇੱਥੇ ਬੁਲਾ ਸਕਦੇ ਨੇ ਜਿਹੜੇ ਮਾਸਟਰਸ ਕਰ ਰਹੇ ਨੇ ਜਾਂ PhD ਕਰ ਰਹੇ ਨੇ। ਸੋ ਥੀਸ ਆਰ ਦ 4 or 5 ਮੇਜਰ ਚੇਂਜਸ ਇਨ ਕੈਨੇਡੀਅਨ ਸਟੱਡੀ ਸਿਸਟਮ। ਬਿਲਕੁਲ। ਅੱਛਾ, ਜਿਹੜੀ ਲਾਸਟ ਗੱਲ ਹੈ ਉਹਦੇ ਤੋਂ ਹੀ ਮੇਰਾ ਸਵਾਲ ਪਹਿਲੇ ਤੁਹਾਨੂੰ ਆ ਰਹੂਗਾ ਕਿ ਜਿਹੜਾ ਸਪਾਊਸ ਵਾਲਾ ਇਹਨਾਂ ਨੇ ਡਿਸੀਜਨ ਲਿੱਤਾ ਹੈ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਮੈਰਿਜ ਆਫ ਕਨਵੀਨੀਅੰਸ ਹੁੰਦੀਆਂ ਸੀਗੀਆਂ, ਫਰਾਡ ਮੈਰਿਜਸ ਹੁੰਦੀਆਂ ਸੀਗੀਆਂ, ਉਸ ਚੀਜ਼ ਨੂੰ ਵੀ ਕੰਟਰੋਲ ਕਰਨ ਲਈ ਇੱਕ ਮੋਟਿਵ ਹੋ ਸਕਦਾ ਹੈ? Okay, this is a very sensitive, topic and matter. But ਇਸ topic ਤੇ ਆਉਣ ਤੋਂ ਪਹਿਲਾਂ ਅਗਰ ਆਪਾਂ ਇੱਕ practical reality ਦੀ ਗੱਲ ਕਰੀਏ, practical ਜਿਹੜੇ not only in our Indian community or in Punjabi community, the thing that happens in the world, right? ਬਿਲਕੁਲ। ਸਾਡੇ ਜਿਹੜੇ ਪੈਰੈਂਟਸ ਨੇ ਉਹਨਾਂ ਦਾ ਵਿਆਹ ਬਹੁਤ ਪਹਿਲਾਂ ਹੋ ਗਿਆ ਸੀਗਾ when they were 19-20 years. ਬਿਲਕੁਲ। ਬਟ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਹੈ, ਕੀ ਉਹ 19-20 ਸਾਲਾਂ ਦੇ ਵਿੱਚ ਵਿਆਹ ਕਰਦੇ ਨੇ? ਨਹੀਂ ਕਰਦੇ ਨੇ, ਰਾਈਟ? ਤੇ ਜਿਹੜੀ ਚੀਜ਼ ਟਰੈਕ ਤੋਂ ਅੱਡ ਹੋ ਰਹੀ ਹੈਗੀ, ਇਟ ਮੀਨਸ ਸਮਥਿੰਗ ਇਜ਼ ਰੋਂਗ। ਬਿਲਕੁਲ। ਮਤਲਬ ਜਿਹੜਾ ਵਿਆਹ ਕਰਨ ਦਾ ਜਿਹੜਾ ਰੀਜ਼ਨ ਹੈਗਾ, ਉਹ ਰੀਜ਼ਨ ਨਹੀਂ ਹੈਗਾ, ਉਹਦੇ ਪਿੱਛੇ ਰੀਜ਼ਨ ਕੁਝ ਹੋਰ ਹੈਗਾ, ਰਾਈਟ? ਇਟ ਮੀਨਸ some people, not all, some people are misusing this program for bringing someone into Canada. It means ਜਿਹੜਾ ਹੈਗਾ contract marriage ਕਹਿ ਦਿੰਦੇ ਆਪਾਂ ਜਾਂ paper marriage ਕਹਿ ਦਿੰਦੇ ਆ। So it's not wrong. People were using this program. ਲੋਕੀ ਯੂਜ਼ ਕਰ ਰਹੇ ਸੀਗੇ। ਸਾਨੂੰ ਕਈ ਵਾਰੀ ਵੇਖਣ ਨੂੰ ਮਿਲਦਾ ਸੀਗਾ ਕਿ ਇੱਕ ਪਾਰਟੀ ਨੇ ਹੋਮ ਕੰਟਰੀ ਦੇ ਵਿੱਚ ਜਾ ਕੇ ਵਿਆਹ ਕਰਾ ਲਿਆ, ਵਿਆਹ ਕਰਾਉਣ ਤੋਂ ਬਾਅਦ ਫਿਰ ਉਹਨਾਂ ਨੇ ਸਪਾਊਸ ਦੀ ਫਾਈਲ ਨਹੀਂ ਲਵਾਈ, ਉੱਧਰ ਕੋਰਟ ਕਚਹਿਰੀ ਦੇ ਚੱਕਰ ਲਾ ਰਹੇ ਨੇ ਉਹਦੇ ਪੈਰੈਂਟਸ, ਜਾਂ ਕਿ ਸਪੋਂਸਰਡ ਜਿਹੜਾ ਸਪਾਊਸ ਆ ਉਹ ਇੱਥੇ ਆ ਗਏ, ਇੱਥੇ ਆ ਕੇ ਫਿਰ ਕੰਪਲੇਂਟਾਂ ਹੋਣ ਲੱਗ ਪਈਆਂ। ਤੋ ਦੇਰ ਵਰ ਸੋ ਮੈਨੀ ਇਸ਼ੂਜ਼ ਇਨ ਆਵਰ ਕਮਿਊਨਿਟੀ। ਸੋ ਕਿਤੇ ਨਾ ਕਿਤੇ ਗੌਰਮੈਂਟ ਨੂੰ ਪਤਾ ਲੱਗਦਾ ਹੀ ਹੈਗਾ, ਬਿਕਾਜ਼ ਗੌਰਮੈਂਟ ਕੀਪ ਟਰੈਕਿੰਗ ਡੇਟਾ। ਐਵਰੀਥਿੰਗ ਇਜ਼ ਅਬਾਊਟ ਡੇਟਾ। ਇਟਸ ਨਾਟ ਕਿ ਮੈਂ ਕਹਿਤੀ ਗੱਲ ਤੁਸੀਂ ਕਹਿਤੀ ਹੈ ਕਿ ਲੋਕੀ ਕਹਿ ਰਹੇ ਨੇ। ਗੌਰਮੈਂਟ ਸਾਰੀ ਚੀਜ਼ ਨੂੰ ਟਰੈਕ ਕਰਦੀ ਹੈਗੀ। ਪਲੱਸ ਉਹ ਆਲਸੋ ਵੇਖਦੇ ਨੇ ਕਿ ਜਿਹੜੀ ਚੀਜ਼ ਹੁਣ ਹੋਣ ਲੱਗ ਪਈ ਹੈਗੀ, ਇਜ਼ ਇਟ ਨਾਰਮਲ? ਸੋ ਉਹ ਚੀਜ਼ ਪੁਆਇੰਟ ਹੋਊਗੀ ਜਿਹੜੀ ਚੀਜ਼ ਐਬ ਨਾਰਮਲ ਹੈਗੀ ਆ। ਸੋ ਦਿਸ ਵਾਜ਼ ਐਬ ਨਾਰਮਲ ਸਿੰਸ ਆਈ ਵੁੱਡ ਸੇ 5-6 ਸਾਲਾਂ ਤੋਂ ਨੰਬਰ ਆਫ ਸਪਾਊਜ਼ਲ ਓਪਨ ਵਰਕ ਪਰਮਿਟਸ ਬਹੁਤ ਜ਼ਿਆਦਾ ਵੱਧ ਗਏ ਸੀਗੇ, ਇਸ਼ੂਜ਼ ਵੀ ਵੱਧ ਗਏ ਸੀਗੇ। ਤੇ ਕਿਤੇ ਨਾ ਕਿਤੇ ਗੌਰਮੈਂਟ ਨੂੰ ਲੱਗ ਰਿਹਾ ਸੀਗਾ ਕਿ ਦੇਰ ਇਜ਼ ਅ ਪ੍ਰੋਬਲਮ, ਰਾਈਟ? ਤੇ ਉਹਨਾਂ ਨੇ ਡਿਸੀਜ਼ਨ ਤਾਂ ਦੇਖੋ ਲੈਣਾ ਹੀ ਸੀਗਾ। ਬਿਲਕੁਲ। ਅੱਜ ਨਹੀਂ ਤਾਂ ਕੱਲ੍ਹ ਆਪਾਂ ਵੀ ਆਪਸ ਵਿੱਚ ਡਿਸਕਸ ਕਰਦੇ ਸੀਗੇ ਦੇਰ ਆਰ ਸੋ ਮੈਨੀ ਇਸ਼ੂਜ਼। ਤੇ ਕਿਤੇ ਨਾ ਕਿਤੇ ਦਿਸ ਇਜ਼ ਆਲਸੋ ਵਨ ਆਫ ਦ ਰੀਜ਼ਨ ਕਿ ਉਹਨਾਂ ਨੇ ਬੰਦ ਕਰਤਾ ਹੈਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਐਕਸੈਪਟ MBA ਐਂਡ PhD ਵਿਲ ਨਾਟ ਬੀ ਏਬਲ ਟੂ ਸਪੋਂਸਰ ਦੇਅਰ ਸਪਾਊਸਿਸ। ਬਟ ਇਹਦਾ ਦੂਜਾ ਵੀ ਪਹਿਲੂ ਹੈਗਾ।
ਮੈਂ ਜਿਹੜੀ ਗੱਲ ਕਹੀ ਕਿ ਨਾਰਮਲ ਨਹੀਂ ਹੈਗਾ, ਬਟ 23-24 ਸਾਲਾਂ ਦੇ ਵਿੱਚ ਤਾਂ ਵਿਆਹ ਹੋ ਸਕਦਾ। ਬਿਲਕੁਲ people may think about it. There's a broad concept. ਬਿਲਕੁਲ ਪਹਿਲਾਂ ਕੀ ਸੀਗਾ, ਲੋਕੀ ਯੰਗ ਏਜ 'ਚ ਵਿਆਹ ਕਰਾ ਲੈਂਦੇ ਸੀਗੇ, ਫਿਰ ਬਾਅਦ ਦੇ ਵਿੱਚ ਲੋਕੀ ਕੈਰੀਅਰ ਕੌਨਸ਼ੀਅਸ ਹੋ ਗਏ ਕਿ ਨਹੀਂ ਆਪਾਂ ਪਹਿਲਾਂ ਆਪਦਾ ਕੈਰੀਅਰ ਬਣਾਉਣਾ ਆ, ਸੈਟਲ। ਬਟ ਇੱਕ ਹੋਰ ਅੱਜ ਕੱਲ੍ਹ ਸੋਚ ਚੱਲ ਪਈ ਹੈਗੀ, you will not believe it. ਅੱਛਾ Yeah, now young people, smart people are thinking ਪਹਿਲਾਂ ਵਿਆਹ ਕਰਾ ਲੈਂਦੇ ਆ, ਫਿਰ ਕੈਰੀਅਰ ਸੈਟਲ ਕਰ ਲੈਂਦੇ ਆ, ਆਪਾਂ ਫੈਮਿਲੀ ਬਣਾ ਲੈਂਦੇ ਆ, ਫਿਰ ਸਾਰੀ ਜ਼ਿੰਦਗੀ ਪਈ ਹੈਗੀ। Right? Because age is a very important factor. Once you cross 30, 35, there's a biological clock. It's going tick, 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 right? So if you have to, be a family man, you have to start at the right age. Exactly. Right? So the thing is ਕਿ ਅਗਰ ਤੁਸੀਂ ਵਿਆਹ ਕਰਾ ਵੀ ਲਿਆ ਤੇ ਤੁਹਾਡਾ ਦੂਜਾ ਸਪਾਊਸ ਜਿਹੜੇ ਸਟੱਡੀ ਵੀਜ਼ਾ ਲੈ ਕੇ ਇੱਥੇ ਆ ਰਹੇ ਨੇ, that's okay. You can wait for 1.5 or 2 years. ਆਫਟਰ ਦੈਟ ਜਦੋਂ ਤੁਹਾਡੀ ਪੜ੍ਹਾਈ ਕੰਪਲੀਟ ਹੋ ਜੂਗੀ ਤੇ ਗਵਰਨਮੈਂਟ ਆ ਨਹੀਂ ਕਹਿੰਦੀ ਕਿ ਤੁਸੀਂ ਬੁਲਾ ਨਹੀਂ ਸਕਦੇ। ਯੈਸ, ਤੁਸੀਂ ਬੁਲਾ ਸਕਦੇ ਹੋ। ਜਦੋਂ ਇੱਥੇ ਸਟੂਡੈਂਟ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਜੂਗਾ, ਦੇ ਕੈਨ ਸਪਾਂਸਰ ਦੇਅਰ ਸਪਾਊਸ ਅੰਡਰ ਡਿਫਰੈਂਟ ਕੈਟੇਗਰੀ। ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦਾ ਇੱਕ ਹੋਰ ਪ੍ਰੋਗਰਾਮ ਹੈਗਾ C41, ਜਿੱਥੇ ਜਿਹੜੇ ਸਕਿੱਲ ਵਰਕਰਸ ਨੇ, ਜਿਹੜੇ ਜੌਬ ਕਰਦੇ ਪਏ ਨੇ, ਉਹ ਆਪਦੇ ਸਪਾਊਸ ਨੂੰ ਇੱਥੇ ਬੁਲਾ ਸਕਦੇ। ਗਵਰਨਮੈਂਟ ਨੇ ਉਹ ਬੰਦ ਨਹੀਂ ਕੀਤਾ ਹੈਗਾ। ਸੋ ਥਿੰਕ ਪ੍ਰੈਕਟੀਕਲੀ। ਤੇ ਇਹਦਾ ਹੋਊਗਾ ਕਿ ਜਿਹੜੇ ਜੈਨੂਇਨ ਰਿਲੇਸ਼ਨਸ਼ਿਪ ਨੇ ਉਹ ਫਿਲਟਰ ਹੋਣਗੇ। People will not use this program, 1+1 free system kind of. It's not free, but people will not use it, and only those people will enter into this relationship who are really in genuine relationship, and they will wait for 2 years. Otherwise, the other option is if you cannot apply for a work permit, ਗਵਰਨਮੈਂਟ ਨੇ ਆ ਨਹੀਂ ਕਿਹਾ ਕਿ ਉਹ ਬੰਦੇ ਵਿਜ਼ਟਰ ਵੀਜ਼ਾ ਲਈ ਵੀ ਅਪਲਾਈ ਨਹੀਂ ਕਰ ਸਕਦੇ। ਤੁਸੀਂ ਵਿਜ਼ਟਰ ਵੀਜ਼ਾ ਲਈ ਵੀ ਅਪਲਾਈ ਕਰ ਸਕਦੇ ਹੋ। And success rate will depend. I cannot say कि success rate ਕਿੰਨਾ ਹੋਊਗਾ, but still ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਕਿ there is a no option. Option is there. You can apply for visitor visa. ਬਿਲਕੁਲ। ਆਪਾਂ ਸਟੂਡੈਂਟਸ ਦੇ ਟੌਪਿਕ ਤੇ ਅੱਗੇ ਵਧਦੇ ਹਾਂ, ਉਸ ਤੋਂ ਪਹਿਲਾਂ ਮੈਂ ਚਾਹੂੰਗੀ ਜਿੰਨੇ ਵੀ ਦਰਸ਼ਕ ਦੇਖ ਰਹੇ ਉਹਨਾਂ ਨੂੰ ਤੁਸੀਂ ਕੋਈ ਇੱਕ ਟਿਪ ਜਾਂ ਇੱਕ ਸੁਜੈਸ਼ਨ ਦੇਣਾ ਚਾਹੋਗੇ ਕਿ ਜੇ ਤੁਸੀਂ ਮੈਰਿਜ ਆਫ ਕਨਵੀਨੀਅੰਸ 'ਚ ਐਂਟਰ ਕਰਦੇ ਹੋ ਐਂਡ ਤੁਹਾਡੀ ਮੈਰਿਜ ਜੇ IRCC ਵੱਲੋਂ ਫੇਕ ਪ੍ਰੂਵ ਹੋ ਜਾਂਦੀ ਹੈ, ਤੁਹਾਡੇ ਲਈ ਕੀ ਕੌਨਸੀਕੁਐਂਸਿਸ ਨੇ, ਤਾਂ ਕਿ ਦਰਸ਼ਕ ਵੀ ਇਹ ਚੀਜ਼ ਨੂੰ ਨਾ ਦੁਹਰਾਉਣ। ਓਕੇ, ਇਹਦੇ ਲਈ ਮੈਂ ਤੁਹਾਨੂੰ ਇੱਕ ਪ੍ਰੋਵਰਬ ਕਹਿਣਾ ਚਾਹੁੰਦਾ ਕਿ ਯੂਜ਼ਲੀ ਆਪਾਂ ਇੰਡੀਆ ਦੇ ਵਿੱਚ ਆ ਗੱਲ ਸੁਣੀ ਹੈਗੀ ਕਿ ਜਿਹੜਾ ਬਰਾਈਬ ਹੈਗਾ, ਜਿਹੜਾ ਬੰਦਾ ਬਰਾਈਬ ਦੇ ਰਿਹਾ ਹੈਗਾ, ਉਹ ਉਨਾ ਹੀ ਕਸੂਰਵਾਰ ਹੈਗਾ ਜਿਹੜਾ ਬੰਦਾ ਬਰਾਈਬ ਲੈ ਰਿਹਾ ਹੈਗਾ। ਠੀਕ ਹੈ, ਦੋਨੇ they are equally responsible and accountable for consequences, right? ਮਤਲਬ ਸਜ਼ਾ ਹੋਣੀ ਹੈਗੀ ਤਾਂ ਦੋਨੋਂ ਨੂੰ ਹੋਣੀ ਹੈਗੀ। ਸੇਮ ਥਿੰਗ ਇਜ਼ ਹੇਅਰ। ਮੰਨ ਲਓ ਕੋਈ ਸਟੂਡੈਂਟ ਆ, ਉਹਨਾਂ ਨੇ ਮੈਰਿਜ ਕਰਾ ਲਈ, ਮੈਰਿਜ ਆਫ ਕਨਵੀਨੀਅੰਸ, ਰਾਈਟ, ਫਾਈਲ ਲਾਈ, ਤੇ ਜਿਹੜਾ ਸਟੂਡੈਂਟ ਆ ਉਹ ਕੈਨੇਡਾ ਦੇ ਵਿੱਚ ਆ ਗਏ ਨੇ, ਉਹ ਪੜ੍ਹਾਈ ਕਰਦੇ ਨੇ, ਉਹਨਾਂ ਦੀ ਪੜ੍ਹਾਈ ਵੀ ਕੰਪਲੀਟ ਹੋ ਗਈ ਆ, ਉਸ ਤੋਂ ਬਾਅਦ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਆ ਗਏ ਨੇ ਐਟ ਐਨੀ ਸਟੇਜ। ਬਟ ਲੇਟਰ ਔਨ ਅਗਰ IRCC ਆ ਫਾਈਂਡ ਆਊਟ ਕਰ ਲੈਂਦੀ ਹੈਗੀ ਕਿ ਆ ਜਿਹੜਾ ਰਿਲੇਸ਼ਨਸ਼ਿਪ ਹੈਗਾ ਆ ਜਾਂ ਸੀਗਾ, ਦਿਸ ਇਜ਼ ਓਨਲੀ ਫॉर ਪਰਪਸ, ਮੈਰਿਜ ਆਫ ਕਨਵੀਨੀਅੰਸ, ਇਮੀਗ੍ਰੇਸ਼ਨ ਪਰਪਸ ਲਈ ਸੀਗਾ, ਤੇ ਉਹਨਾਂ ਨੇ ਮਿਸ ਰਿਪਰੈਜ਼ੈਂਟੇਸ਼ਨ ਇੰਪਲੀਮੈਂਟ ਕਰਨਾ ਆ। ਯੂ ਮਾਈਟ ਹੈਵ ਹਰਡ ਦਿਸ ਵੈਰੀ ਕਾਮਨ, ਲੋਕੀ ਮਿਸ ਰਿਪਰੈਜ਼ੈਂਟੇਸ਼ਨ ਕਿ ਤੁਹਾਨੂੰ ਐਪਲੀਕੇਸ਼ਨ ਤੇ ਰਿਫਿਊਜ਼ ਕਰਨੀ ਹੈਗੀ, 5 ਸਾਲ ਲਈ ਬੈਨ ਵੀ ਲਾ ਦੇਣਾ ਹੈਗਾ ਗਵਰਨਮੈਂਟ ਨੇ, ਯੂ ਕੈਨ ਨਾਟ ਅਪਲਾਈ ਫॉर ਐਨੀ ਐਪਲੀਕੇਸ਼ਨ ਫॉर ਨੈਕਸਟ 5 years। ਬਟ ਇੱਕ ਦੂਜਾ ਪਹਿਲੂ ਹੈਗਾ ਜਿਹੜੇ ਲੋਕੀ ਨਹੀਂ ਸੋਚਦੇ ਯੂਜ਼ਲੀ, ਕਿ ਮੰਨ ਲਓ ਪਾਰਟੀ A ਨੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ, ਨਾਓ ਦੇ ਆਰ ਇਨ ਕੈਨੇਡਾ, ਤੇ ਪਾਰਟੀ B ਨੇ ਓਪਨ ਵਰਕ ਪਰਮਿਟ ਲਈ ਅਪਲਾਈ ਕੀਤਾ। ਅਗਰ ਪਾਰਟੀ B ਦੀ ਓਪਨ ਵਰਕ ਪਰਮਿਟ ਦੀ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈਗੀ ਬੇਸਡ ਔਨ ਦ ਫੈਕਟ ਕਿ ਤੁਹਾਡਾ ਜਿਹੜੀ ਮੈਰਿਜ ਹੈਗੀ ਉਹ ਜੈਨੂਇਨ ਨਹੀਂ ਹੈਗੀ, ਇਹਦੇ ਕੌਨਸੀਕੁਐਂਸਿਸ B ਨੂੰ ਤਾਂ ਹੋਣੇ ਸਾਰੇ ਹੀ ਜਾਂਦੇ ਨੇ, ਰਾਈਟ, ਕਿ ਐਪਲੀਕੇਸ਼ਨ ਰਿਫਿਊਜ਼ ਹੋ ਜਾਣੀ ਹੈ, ਇਨਸਟੈਂਟ ਇਫੈਕਟ, ਰਾਈਟ, 5 ਸਾਲ ਲਈ ਬੈਨ ਲਾ ਦੇਣਾ ਹੈਗਾ। ਬਟ ਬੈਕਗਰਾਊਂਡ ਦੇ ਵਿੱਚ ਇਨਵੈਸਟੀਗੇਸ਼ਨ ਪਾਰਟੀ A ਦੀ ਵੀ ਸ਼ੁਰੂ ਹੋ ਜਾਣੀ ਹੈਗੀ, ਰਾਈਟ, ਤੇ ਮੰਨ ਲਓ ਉਹਨਾਂ ਨੇ ਇੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਲਿਆ ਆ, ਉਹ ਵੀ ਕੈਂਸਲ ਕੀਤਾ ਜਾ ਸਕਦਾ ਆ, ਉਹਨਾਂ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਹੈਗਾ, ਤੇ ਉਹਨਾਂ ਨੂੰ ਵੀ 5 ਸਾਲ ਲਈ ਬੈਨ ਲੱਗ ਸਕਦਾ ਆ। ਸੋ ਇਟ ਅਪਲਾਈਜ਼ ਟੂ ਬੋਥ। ਸੋ ਇਟਸ ਨਾਟ ਜਸਟ ਵਨ ਕਿ ਠੀਕ ਹੈ ਪਾਰਟੀ B, ਚਲੋ ਮੇਰਾ ਪਾਰਟੀ A ਸੋਚ ਰਹੀ ਕਿ ਜਿਹੜਾ ਜਾਊਗਾ ਤਾਂ ਪਾਰਟੀ B ਦਾ ਜਾਊਗਾ, ਮੈਂ ਆਈ ਐਮ ਪ੍ਰੋਟੈਕਟਡ, ਆਈ ਐਮ ਸੇਫ। ਇਟਸ ਨਾਟ ਲਾਈਕ ਦੈਟ। ਬਿਲਕੁਲ, ਇਟ ਗੋਜ਼ ਟੂ ਬੋਥ ਪਾਰਟੀਜ਼। ਯਾ, ਮੈਨੂੰ ਲੱਗਦਾ ਬਹੁਤ ਵਧੀਆ ਟਿਪ ਹੈ ਜਿੰਨੇ ਵੀ ਦਰਸ਼ਕ ਦੇਖ ਰਹੇ ਉਹਨਾਂ ਲਈ। ਅੱਛਾ ਅਨੂ ਜੀ, ਅੱਗੇ ਵਧਦੇ ਹਾਂ।
ਮੈਂ ਇੱਕ ਰਿਪੋਰਟ ਪੜ੍ਹੀ ਸੀਗੀ, ਇੱਕ ਸਟੈਟਿਸਟੀਕਲ ਡਾਟਾ ਰਿਪੋਰਟ ਸੀਗੀ ਕਿ 54% ਆਫ ਦੀ ਇੰਟਰਨੈਸ਼ਨਲ ਸਟੂਡੈਂਟ, ਮਤਲਬ ਕਿ ਬਹੁਤ ਵੱਡਾ ਚੰਕ ਜਿਹੜਾ ਹੈਗਾ ਉਹ ਪ੍ਰਾਈਵੇਟ ਇੰਸਟੀਟਿਊਸ਼ਨਸ 'ਚ ਹੀ ਪੜ੍ਹ ਰਿਹਾ ਫਿਲਹਾਲ, ਤੇ BC 'ਚ ਸਪੈਸ਼ਲੀ। ਸੋ ਸਟੂਡੈਂਟਸ ਨੂੰ ਜਿਹੜੇ ਡਿਸੀਜਨਸ ਨੇ ਉਹ ਕਿੱਦਾਂ ਅਫੈਕਟ ਕਰਨਗੇ ਹੁਣ? ਦੇਖੋ ਇਹਦੇ ਵਿੱਚ ਕੀ ਹੈਗਾ ਕਿ ਆਈ ਵੁੱਡ ਸੇ ਇਟਸ ਅਨਫੋਰਚੂਨੇਟ ਥਿੰਗ, ਬਿਕਾਜ਼ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਨੇ ਦੇ ਆਰ ਲਾਈਕ ਕਾਈਂਡ ਆਫ ਅ ਮਨੀ ਮੇਕਿੰਗ institutions or machine, whatever you say. This is the brutal reality, right? I cannot protect this thing, right? This is the truth. Private institutions ਦੇ ਵਿੱਚ ਜਿਹੜੀ quality of education ਆ ਉਹ ਨਹੀਂ ਹੈਗੀ ਆ, right? ਜਿਹੜੇ ਬੱਚੇ ਉੱਥੇ ਪੜ੍ਹਦੇ ਨੇ, it's not only about immigration, right? It's not only about immigration, it's about quality education. ਤੁਸੀਂ ਜਿੱਥੇ ਜਾਂਦੇ ਹੋ ਪੜ੍ਹ ਕੇ, ਫਰਜ਼ ਕਰੋ ਉੱਥੇ ਕੋਈ ਕੈਨੇਡੀਅਨ ਬੱਚਾ ਪੜ੍ਹ ਰਿਹਾ ਹੈਗਾ, ਉਹਨਾਂ ਨੇ ਜਿਹੜੀ ਫੀਸ ਪੇ ਕੀਤੀ ਹੈਗੀ ਉਹ ਕੈਨੇਡੀਅਨ ਸਟੈਂਡਰਡ ਦੇ ਅਕੋਰਡਿੰਗਲੀ ਪੇ ਕੀਤੀ ਹੈਗੀ, ਕਿ ਉੱਥੇ ਪੜ੍ਹਾਈ ਕਰਕੇ ਉਹਨਾਂ ਨੂੰ ਜੋਬਾਂ ਮਿਲ ਜਾਣਗੀਆਂ? No, right? Chances are very less, very, very less. I'm not saying 100% private colleges are junk or having very inferior quality of education. ਚੰਗੇ institutes ਵੀ ਹੈਗੇ private, but most of the institutes, as you gave me the data, 54%, were just doing this business for making money, right? So they were partnering with public colleges and universities. तो प्रॉब्लम आ हैगी कि जिहड़ी पिक्चर विखाने ਆਪਾਂ ਉਹ ਗਲਤ ਪਿਕਚਰ ਵਿਖਾਉਂਦੇ ਆ, ਜਾਂ ਆਪਾਂ ਕਹਿ ਸਕਦੇ ਨੇ ਜਿਹੜਾ ਅਨਰੈਗੂਲੇਟਿਡ ਸਿਸਟਮ ਹੈਗਾ ਓਵਰਸੀਜ਼ ਦੇ ਵਿੱਚ। ਕੈਨੇਡਾ ਦੇ ਵਿੱਚ ਤਾਂ ਫਿਰ ਵੀ ਆਪਾਂ ਕਹਿ ਸਕਦੇ ਹਾਂ ਰੈਗੂਲੇਟਿਡ ਹੈ, ਇੱਥੇ RCICs ਨੇ, ਲਾਇਰਸ ਨੇ, ਦੇ ਆਰ ਆਨਸਰੇਬਲ ਟੂ ਦੇਅਰ ਸੋਸਾਇਟੀ ਐਂਡ ਦੇਅਰ ਰੈਗੂਲੇਟਰੀ ਬੋਡੀ। ਇੱਥੇ ਕਹਿ ਸਕਦੇ ਹਾਂ ਆਪਾਂ ਪੰਜਾਬੀ 'ਚ ਪੁੱਛ ਪੜਤਾਲ ਹੈਗੀ ਆ, ਅਤੇ ਇੱਥੇ ਲੋਕ ਮਿਸਗਾਈਡ ਨਹੀਂ ਕਰਦੇ ਯੂਜ਼ਲੀ। ਜਿਹੜੇ ਪ੍ਰਾਈਵੇਟ ਕਾਲਜਸ ਇੰਸਟੀਟਿਊਸ਼ਨਸ ਨੇ, ਮਨੀ ਮੇਕਿੰਗ ਮਸ਼ੀਨਸ ਨੇ, ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ, ਮਾਰਕੀਟਿੰਗ ਟੀਮ ਹੈਗੀ ਆ, ਉਹ ਜਾ ਕੇ ਫੋਰਨ ਕੰਟਰੀਜ਼ ਦੇ ਵਿੱਚ ਟਾਈ ਅਪ ਕਰਦੇ ਨੇ, ਬਿਕਾਜ਼ ਦੇ ਹੈਵ ਟੂ ਡੂ ਅ ਬਿਜ਼ਨਸ, ਦੇ ਹੈਵ ਅ ਪ੍ਰੋਡਕਟ ਐਂਡ ਦੇ ਹੈਵ ਟੂ ਸੈਲ ਦੇਅਰ ਪ੍ਰੋਡਕਟ ਐਂਡ ਦੇਅਰ ਕਸਟਮਰ ਇਜ਼ ਨਾਟ ਇਨ ਕੈਨੇਡਾ। ਉਹਨਾਂ ਦਾ ਕਸਟਮਰ ਕਿੱਥੇ ਬੈਠਾ ਹੈਗਾ? ਬਾਹਰ ਬੈਠੇ ਨੇ, ਤਾਂ ਉਹਨਾਂ ਨੇ ਉੱਥੇ ਜਾ ਕੇ ਮਾਰਕੀਟਿੰਗ ਕਰਨੀ ਹੈਗੀ। ਮਾਰਕੀਟਿੰਗ ਇਜ਼ ਆਲਵੇਜ਼ ਅਬਾਊਟ ਸੈਲਿੰਗ ਪ੍ਰੋਡਕਟਸ ਐਂਡ ਸਰਵਿਸਿਜ਼, ਅਤੇ ਜਦੋਂ ਤੁਸੀਂ ਮਾਰਕੀਟਿੰਗ ਕਰੋਗੇ ਤੁਸੀਂ ਆਪਦੇ ਪ੍ਰੋਡਕਟ ਬਾਰੇ ਚੰਗਾ ਦੱਸੋਗੇ, ਠੀਕ ਹੈ? ਜਿਵੇਂ ਤੁਸੀਂ ਕਿਸੇ ਵੀ ਥਾਂ 'ਤੇ ਸ਼ਾਪਿੰਗ ਕਰਨ ਲਈ ਜਾਂਦੇ ਹੋ, ਤੁਸੀਂ ਪ੍ਰੋਡਕਟ ਬਾਰੇ ਪੜ੍ਹਦੇ ਹੋ ਕਿ ਹਾਊ ਇਜ਼ ਦ ਪ੍ਰੋਡਕਟ। ਅਗਰ ਤੁਸੀਂ ਕੋਈ ਸਰਵਿਸਿਜ਼ ਲੈਣ ਲਈ ਜਾਂਦੇ ਹੋ, ਤੁਸੀਂ ਪੜ੍ਹਦੇ ਹੋ, ਇਟਸ ਯੋਰ ਡਿਸੀਜ਼ਨ, ਰਾਈਟ, ਕਿ ਹਾਊ ਇਜ਼ ਦ ਪ੍ਰੋਡਕਟ, ਹਾਊ ਆਰ ਦ ਸਰਵਿਸਿਜ਼, ਰਾਈਟ। ਪਰ ਇੰਡੀਆ ਦੇ ਵਿੱਚ ਕੀ ਹੈਗਾ, ਜਾਂ ਕਿ ਫੋਰਨ ਕੰਟਰੀਜ਼ ਦੇ ਵਿੱਚ, ਖਾਸ ਕਰ ਇੰਟਰਨੈਸ਼ਨਲ ਸਟੂਡੈਂਟ ਜਿਹੜੀ ਕਮਿਊਨਿਟੀ ਹੈਗੀ, ਉਹਨਾਂ ਦੇ ਵਿੱਚ ਕੀ ਹੈਗਾ? ਬਾਹਰ ਜਾਣਾ ਹੈਗਾ। and they are not mature enough to take the decision. They cannot think on their own feet because ਉਹ ਸੱਤ ਸਮੁੰਦਰੋਂ ਪਾਰ ਬੈਠੇ ਨੇ। ਉਹਨਾਂ ਦੇ ਕੋਲੇ ਤਾਂ ਦੇਖੋ ਇਨਫੋਰਮੇਸ਼ਨ ਉਹੀ ਮਿਲੂਗੀ ਜਿਹੜੇ ਉੱਥੇ ਵਿਖਾਈ ਜਾ ਰਹੀ ਹੈਗੀ ਹੈ, ਠੀਕ ਹੈ? ਉੱਥੇ ਸੋਸ਼ਲ ਮੀਡੀਆ 'ਤੇ, ਟਿਕਟੌਕ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਪੋਸਟਰਸ ਲੱਗੇ ਪਏ ਨੇ, ਸਾਰੇ ਕਹਿ ਰਹੇ ਨੇ ਕਿ ਕੈਨੇਡਾ ਇਜ਼ ਗ੍ਰੇਟ, ਜਸਟ ਗੋ ਓਵਰ ਦੇਅਰ, ਇੰਨੀ ਫੀਸ ਪੇ ਕਰਨੀ ਪੈਣੀ, ਤੁਹਾਨੂੰ ਵੀਜ਼ਾ ਈਜ਼ੀਲੀ ਮਿਲ ਜਾਣਾ ਹੈਗਾ, ਉੱਥੇ ਜਾ ਕੇ ਤੁਸੀਂ PR ਲੈ ਸਕਦੇ ਹੋ, ਤੁਸੀਂ ਆਪਦੇ ਸਪਾਊਸ ਨੂੰ ਬੁਲਾ ਸਕਦੇ ਹੋ, ਤੇ ਉਹਨਾਂ ਨੇ ਬੈਨੀਫਿਟ 1 2 3 4 ਤੁਸੀਂ ਆ ਵੀ ਕਰ ਸਕਦੇ ਹੋ। ਉਹੀ ਇੰਟਰਪਟ ਕਰ ਰਹੀ ਹੈ। ਮੈਨੂੰ ਲੱਗਦਾ ਹੈ ਇੰਡੀਆ 'ਚ ਬੇਸਿਕਲੀ ਜਿਹੜੇ ਏਜੰਟਸ ਨੇ ਕੈਨੇਡੀਅਨ ਡ੍ਰੀਮ ਵੇਚਦੇ ਆ ਬੱਚਿਆਂ ਨੂੰ, ਕਿ ਉਹ ਇੱਕ, ਮੈਨੂੰ ਲੱਗਦਾ ਐਜੂਕੇਸ਼ਨ ਹੀ ਕੈਨੇਡੀਅਨ ਡ੍ਰੀਮ ਵੇਚਦੇ ਆ, ਅਤੇ ਬੱਚੇ ਉਹ ਸੁਪਨਾ ਹੀ ਖਰੀਦ ਕੇ ਇੱਥੇ ਆਉਂਦੇ ਆ, ਅਤੇ ਉਹਨਾਂ ਦਾ ਉਹੀ ਟੁੱਟਦਾ ਸਭ ਤੋਂ ਪਹਿਲਾਂ, ਆਈ ਬਿਲੀਵ। ਵਟ ਆਈ ਵੁੱਡ ਸੇ, ਯੂਜ਼ ਦ ਰਾਈਟ ਵਰਡ। ਉਹ ਸੁਪਨੇ ਵੇਚ ਰਹੇ ਨੇ, ਝੂਠੇ ਸੁਪਨੇ, ਰਾਈਟ। ਦੇ ਆਰ ਮੇਕਿੰਗ ਕੈਸਲਸ ਇਨ ਦੇਅਰ, ਸੁਪਨੇ ਜਿਹੜੇ ਰੇਅਰਲੀ ਸੱਚ ਹੁੰਦੇ ਨੇ, ਰਾਈਟ। ਅਤੇ ਉਹ ਜਿਹੜੇ ਪੈਰੈਂਟਸ ਨੇ, ਜਿਹੜੇ ਬੱਚੇ ਨੇ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਇਮੇਜ ਬਣੀ ਹੈਗੀ, ਇਹਦੇ ਵਿੱਚ ਤੁਸੀਂ ਪਹਿਲਾਂ ਬੈਕਗਰਾਊਂਡ ਦੇ ਵਿੱਚ ਜਾ ਕੇ ਵੇਖੋ, ਰਾਈਟ। ਬੈਕਗਰਾਊਂਡ ਦੇ ਵਿੱਚ ਜਿਹੜੀ ਸੋਚ ਹੁੰਦੀ ਹੈ ਕਿ ਆਪਾਂ ਕੈਨੇਡਾ ਚੱਲਦੇ ਹਾਂ, ਉੱਥੇ ਜਾ ਕੇ ਸਾਰਾ ਕੁਝ ਕਰ ਲੈਣਾ ਆਪਾਂ, ਉਹ ਇਮੇਜ ਬਣੀ ਹੈਗੀ, ਰਾਈਟ, ਠੀਕ ਹੋ ਜਾਊਗਾ ਸਰ, ਰਾਈਟ, ਕਿ ਉੱਥੇ ਕੋਈ ਨਹੀਂ, ਤੁਸੀਂ ਕੈਨੇਡਾ ਸਾਨੂੰ ਛੱਡ ਦਿਓ, ਇੱਕ ਵਾਰੀ ਆਪਾਂ ਕੈਨੇਡਾ ਪਹੁੰਚ ਜਾਵਾਂਗੇ, ਕੁਝ ਤਾਂ ਕਮਾ ਹੀ ਲਵਾਂਗੇ। ਯੈਸ, ਯੂ ਰਾਈਟ, ਕੁਛ ਨਾ ਕੁਛ ਕਮਾ ਲਵਾਂਗੇ, ਉੱਥੇ ਆਪਾਂ ਪੱਕੇ ਹੋ ਜਾਵਾਂਗੇ, ਸਾਰਾ ਕੁਝ ਹੱਲ ਹੋ ਜਾਣਾ ਹੈਗਾ। ਬਟ ਉਹੋ ਜਿਹੀ ਗੱਲਾਂ ਹੁੰਦੀਆਂ ਸੀਗੀਆਂ, ਪਹਿਲਾਂ ਹੁੰਦੀਆਂ ਸੀਗੀਆਂ, ਬਟ ਹੁਣ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆ ਚੁੱਕੇ ਨੇ। ਥਿੰਗਸ ਆਰ ਨਾਟ ਈਜ਼ੀ, ਥਿੰਗਸ ਆਰ ਵੈਰੀ ਟਫ। ਸੋ ਜਿਵੇਂ ਗੱਲ ਤੁਸੀਂ ਕਹੀ ਕਿ ਤੁਸੀਂ ਸੁਪਨੇ ਵੇਚ ਰਹੇ ਹੋ, ਗਲਤ ਇਨਫੋਰਮੇਸ਼ਨ ਦੇ ਰਹੇ ਹੋ, ਤਾਂ ਉਹਦੇ ਕਰਕੇ ਤਾਂ ਲੋਕ ਸਫਰ ਕਰਨਗੇ ਹੀ, ਵੈਰੀ ਸਿੰਪਲ। ਸੋ ਪ੍ਰਾਈਵੇਟ ਇੰਸਟੀਟਿਊਸ਼ਨ ਦਾ ਜਿਹੜਾ ਬਿਜ਼ਨਸ ਹੈਗਾ ਉਹ ਬੇਸਿਕਲੀ ਇੰਪੈਕਟ ਹੋਣਾ ਹੈਗਾ। ਤਾਂ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੇ ਇੱਥੇ ਆਉਣਾ ਹੈਗਾ, ਸੋ ਦੇ ਹੈਵ ਟੂ think on their own feet। ਸਲਾਹ ਤਾਂ ਦੇਖੋ ਬੈਸਟ ਆਈ ਹੈਗੀ ਕਿ ਕੰਸਲਟ ਵਿਦ ਐਨੀ RCIC ਔਰ ਐਨੀ
ਰੈਪੂਟਿਡ ਏਜੰਟ ਜਿਹੜਾ ਸਹੀ ਹੈਗਾ। ਤੁਸੀਂ ਆਪ ਦੀ ਰਿਸਰਚ ਜ਼ਰੂਰ ਕਰੋ, ਰਾਈਟ। ਜਦੋਂ ਤੁਸੀਂ ਕੋਈ ਮਾਰਕੀਟ ਦੇ ਵਿੱਚ ਪ੍ਰੋਡਕਟ ਲੈਣ ਲਈ ਜਾਂਦੇ ਹੋ, ਤੁਸੀਂ ਆਪ ਚੈੱਕ ਕਰਦੇ ਹੋ ਚੰਗੀ ਤਰ੍ਹਾਂ, ਉਹਦੇ ਰਿਵਿਊਜ਼ ਪੜ੍ਹਦੇ ਹੋ। ਇੱਦਾਂ ਹੀ ਅਗਰ ਤੁਸੀਂ ਕਿਸੇ ਏਜੰਟ ਨੂੰ ਜਾਂ ਕੰਸਲਟੈਂਟ ਨੂੰ ਰਿਟੇਨ ਕਰ ਰਹੇ ਹੋ ਸਟੱਡੀ ਵੀਜ਼ੇ ਦੇ ਸਰਵਿਸਿਜ਼ ਲਈ, ਦੈਨ ਥੋੜ੍ਹਾ ਆਪ ਦਾ ਰਿਸਰਚ ਕਰੋ। ਤੁਸੀਂ ਇੰਨੇ ਪੈਸੇ ਲਾਣੇ ਆ, ਖਰਚ ਕਰਨੇ ਆ, ਜ਼ਿੰਦਗੀ ਸਟੇਕ 'ਤੇ ਲਾਉਣੀ ਹੈਗੀ, ਬਟ ਦਿਸ ਇਜ਼ ਆਲਸੋ ਯੋਰ ਰਿਸਪੋਂਸਿਬਿਲਿਟੀ ਐਜ਼ ਵੈਲ। ਤੁਸੀਂ ਚੈੱਕ ਕਰੋ। ਤੁਸੀਂ ਬਾਅਦ ਦੇ ਵਿੱਚ ਦੇਖੋ ਯੂਜ਼ਲੀ ਕੀ ਹੁੰਦਾ ਹੈਗਾ ਕਿ ਵੀ ਬਲੇਮ ਕਿ ਸਾਡੇ ਨਾਲ ਗਲਤ ਹੋਇਆ, ਦੈਨ ਆਈ ਐਮ ਨਾਟ ਰਿਸਪੋਂਸਿਬਲ। ਜਿਨ੍ਹਾਂ ਨੇ ਮੇਰਾ ਕੰਮ ਕੀਤਾ ਸੀਗਾ ਉਹ ਰਿਸਪੋਂਸਿਬਲ ਆ, ਬਟ ਕੀ ਕਦੀ ਆਪਣੇ ਆਪ ਨੂੰ ਆਪਾਂ ਪੁੱਛਦੇ ਹਾਂ ਕਿ ਆਪਾਂ ਕੀ ਕੀਤਾ? ਆਪਾਂ ਅੱਖਾਂ ਬੰਦ ਕਰਕੇ ਰਿਲਾਈ ਕਰ ਲੈਂਦੇ ਹਾਂ। ਕੀ ਤੁਸੀਂ ਇਮੀਗ੍ਰੇਸ਼ਨ ਤੋਂ ਇਲਾਵਾ ਹੋਰ ਕਿਸੇ ਚੀਜ਼ 'ਤੇ ਅੱਖਾਂ ਬੰਦ ਕੇ ਰਿਲਾਈ ਕਰਦੇ ਹੋ? ਰਾਈਟ। ਤੁਸੀਂ ਚੈੱਕ ਕਰਦੇ ਹੋ ਸਾਰਾ ਕੁਝ, ਰਾਈਟ। ਇਟਸ ਇਨ ਅ ਫਨੀ ਵੇ, ਜਦੋਂ ਤੁਸੀਂ ਮੁੰਡਾ ਕੋਈ ਕੁੜੀ ਵੇਖਣ ਲਈ ਜਾਂਦਾ ਹੈਗਾ ਤੇ ਉਹ ਕੁੜੀ ਦਾ ਬੈਕਗਰਾਉਂਡ ਚੈੱਕ ਕਰਦੇ ਨੇ, ਵਾਈਸ ਵਰਸਾ ਕੁੜੀ ਵਾਲੇ ਮੁੰਡੇ ਦਾ ਬੈਕਗਰਾਉਂਡ ਚੈੱਕ ਕਰਦੇ ਨੇ, ਫੋਨ ਕਰਦੇ ਨੇ ਰਿਸ਼ਤੇਦਾਰਾਂ ਨੂੰ, ਰਿਲੇਟਿਵਸ ਨੂੰ, ਕਿ ਚੈੱਕ ਕਰਦੇ ਨੇ ਕਿ ਸਾਰਾ ਕੁਝ ਸਹੀ ਹੈਗਾ ਕਿ ਨਹੀਂ ਹੈਗਾ। ਇੱਦਾਂ ਹੀ ਅਗਰ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਲਈ ਤੁਸੀਂ ਸੋਚ ਰਹੇ ਹੋ ਤਾਂ ਤੁਸੀਂ ਬੈਕਗਰਾਉਂਡ ਚੈੱਕ ਕਰੋ। ਜਿਨ੍ਹਾਂ ਨੇ ਤੁਹਾਡੀ ਫਾਈਲ ਲਾਉਣੀ ਹੈਗੀ, ਜਿਹੜੇ ਕਾਲਜ ਤੁਸੀਂ ਪੜ੍ਹਨਾ ਹੈਗਾ, ਅਗਰ ਚੈੱਕ ਕਰੋਗੇ, ਪ੍ਰੋਜ਼ ਐਂਡ ਕੌਨਸ ਬਾਰੇ ਫਾਈਂਡ ਆਊਟ ਕਰੋਗੇ, ਦੈਨ ਆਈ ਡੋਂਟ ਥਿੰਕ ਯੂ ਆਰ ਗੋਇੰਗ ਟੂ ਰਿਗਰੈਟ, ਯੂ ਆਰ ਗੋਇੰਗ ਟੂ ਫੋਲੋ ਦ ਰਾਈਟ ਥਿੰਗਸ ਐਜ਼ ਵੈਲ। ਬਿਲਕੁਲ ਠੀਕ ਗੱਲ ਹੈ। ਤੇ ਇਸ ਦੇ ਨਾਲ ਜਾਣਨਾ ਚਾਹਾਂਗੇ ਕਿ ਜਿਹੜੇ ਹੁਣ ਸਟੂਡੈਂਟਸ ਆਲਰੇਡੀ ਹੈਗੇ ਆ, ਉਹਨਾਂ ਲਈ ਕੋਈ ਚੇਂਜਸ ਹੁਣ IRCC ਕਰੂਗੀ ਕਿ ਉਹਨਾਂ ਲਈ ਫਿਲਹਾਲ ਉਹ ਪੁਰਾਣੇ ਰੈਗੂਲੇਸ਼ਨਸ 'ਤੇ ਹੀ ਸਭ ਕੁਝ ਚੱਲੂਗਾ? ਸੋ ਫਾਰ ਗਵਰਨਮੈਂਟ ਨੇ ਇੱਦਾਂ ਦੀ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਹੈਗੀ ਕਿ ਜਿਹੜੇ ਸਟੂਡੈਂਟਸ ਇੱਥੇ ਪੜ੍ਹ ਰਹੇ ਨੇ, ਭਾਵੇਂ ਉਹ ਸਟੱਡੀ ਪਰਮਿਟ 'ਤੇ ਨੇ ਜਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ 'ਤੇ ਨੇ, ਉਹਨਾਂ ਦੇ ਵਿੱਚ ਕੋਈ ਚੇਂਜਸ ਨਹੀਂ ਕਰਨਾ ਹੈਗਾ। ਇੱਕ ਚੇਂਜਸ ਜ਼ਰੂਰ ਜਿਹੜੀ ਅਨਸਰਟੇਨ ਹੈਗੀ ਆ, ਉਹ ਹੈਗੀ ਆ ਓਪਨ ਵਰਕ ਪਰਮਿਟ ਅੰਡਰ C42। ਜਿਹੜੇ ਸਟੂਡੈਂਟਸ ਪਹਿਲਾਂ ਇੱਥੇ ਆ ਚੁੱਕੇ ਨੇ, ਮੰਨ ਲਓ ਉਹਨਾਂ ਨੇ ਪਹਿਲਾਂ ਵਿਆਹ ਕਰਾਇਆ ਹੋਇਆ ਸੀਗਾ ਜਾਂ ਹੁਣ ਜਾ ਕੇ ਵਿਆਹ ਕਰਾਉਣ ਲਈ ਸੋਚ ਰਹੇ ਨੇ, ਤੇ ਉਹ ਯੂਜ਼ਲੀ ਮੈਨੂੰ 2-3 ਕਾਲਾਂ ਵੀ ਆਈਆਂ ਸੀਗੀਆਂ। ਉਹ ਕਹਿੰਦੇ ਸੀਗੇ ਕਿ ਉਹ ਪ੍ਰੋਗਰਾਮ ਆ ਗਿਆ ਹੈਗਾ, ਹੁਣ ਚੇਂਜਸ ਆ ਰਹੇ ਨੇ, ਸ਼ੁੱਡ ਵੀ file our spouse application for open work permit? Then I said no guarantee or warranty, right? Because government ਕੀ ਕਹਿ ਰਹੀ ਹੈ ਕਿ there will be soon changes in very soon, ਉਹਨਾਂ ਨੇ ਬਹੁਤ ਛੇਤੀ ਆ ਚੀਜ਼ ਇੰਪਲੀਮੈਂਟ ਕਰਨੀ ਆ, ਬਟ ਕਦੋਂ ਇੰਪਲੀਮੈਂਟ ਕਰਨੀ ਆ ਉਹ ਗਵਰਨਮੈਂਟ ਨੇ ਡੇਟ ਨਹੀਂ ਦੱਸੀ ਹੈਗੀ। ਸੋ ਹੋ ਸਕਦਾ ਹੈ ਕਿ ਜਦੋਂ ਡੇਟ ਇੰਪਲੀਮੈਂਟ ਹੋਵੇ ਉਹ ਸਾਰਿਆਂ ਨੂੰ ਇਨਕਲੂਡ ਕਰ ਲੈਣ ਕਿ ਜਿਹੜੇ ਆਉਣ ਵਾਲੇ ਨੇ ਜਾਂ ਜਿਹੜੇ ਪੜ੍ਹਦੇ ਪਏ ਨੇ, ਦੇ ਕੈਨ ਨਾਟ sponsor their spouses। ਬਿਲਕੁਲ। ਅੱਛਾ ਅਨੁਜ ਜੀ, ਇੱਕ ਬੇਸਿਕ ਕੰਟਰਾਸਟ ਕਰਨਾ ਹੋਵੇ, ਅਪਾਰਟ ਫਰਮ ਜਿਹੜੀ ਸਾਨੂੰ ਨੋਰਮਲ ਚੀਜ਼ਾਂ ਪਤਾ ਨੇ ਕਿ GIC ਵੱਧ ਗਈ ਹੈ, ਜੇ ਤੁਸੀਂ ਟਿਪਸ 'ਚ ਦੇਣਾ ਹੋਵੇ 2 ਤੋਂ 3 ਬੁਲੇਟ ਪੁਆਇੰਟਸ 'ਚ, ਜਿਹੜੇ ਹੁਣ ਸਟੂਡੈਂਟਸ ਆਉਣਗੇ ਉਹਨਾਂ ਲਈ ਕੀ ਚੀਜ਼ਾਂ ਨਹੀਂ ਹੈਗੀਆਂ ਹੁਣ ਕੈਨੇਡਾ 'ਚ, ਜਿਹੜੇ ਦੇਖ ਰਹੇ ਨੇ ਜਿਨ੍ਹਾਂ ਨੂੰ ਹਲੇ ਵੀ ਕਲੈਰਿਟੀ ਨਹੀਂ ਹੈਗੀ, ਸੋ ਕੁਝ ਤੁਸੀਂ ਬੁਲੇਟ ਪੁਆਇੰਟਸ ਸਾਨੂੰ ਦੱਸੋ ਕਿ ਹੁਣ ਜਿਹੜੇ ਤੁਸੀਂ ਸਟੂਡੈਂਟਸ ਆ ਰਹੇ ਹੋ ਤੁਹਾਡੇ ਲਈ ਇਹ ਫੈਸਿਲਿਟੀਜ਼ ਹੁਣ ਕੈਨੇਡਾ 'ਚ ਨਹੀਂ ਹੈਗੀਆਂ? ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ PR ਈਜ਼ੀ ਨਹੀਂ ਹੈਗੀ। ਆਪਾਂ ਇੱਕ ਹੋਲਿਸਟਿਕ ਗੱਲ ਕਰਦੇ ਹਾਂ, ਪ੍ਰੈਕਟੀਕਲ ਗੱਲ ਕਰਦੇ ਹਾਂ, ਆਪਾਂ ਇਕੱਲੇ ਇੰਡੀਆ ਦੀ ਗੱਲ ਨਹੀਂ ਜਾਂ ਨੀਡ ਆਫ ਦੀ ਆਰ ਗੱਲ ਕਰਦੇ ਹਾਂ। ਦੇਖੋ ਸਾਡੇ ਦਿਮਾਗ ਦੇ ਵਿੱਚ ਪਿਕਚਰ ਹੈਗੀ ਕਿ ਸਟੂਡੈਂਟਸ ਇਕੱਲੇ ਇੰਡੀਆ ਤੋਂ ਆ ਰਹੇ ਨੇ, ਮੈਜੋਰਿਟੀ ਆਫ ਆ ਰਹੇ ਨੇ, ਬਟ ਗਵਰਨਮੈਂਟ ਇਜ਼ ਆਲਸੋ ਵੈਰੀ ਇੰਟੈਲੀਜੈਂਟ, ਦੇ ਹੈਵ ਡਨ ਸੋ ਮੈਨੀ ਸਟ੍ਰੈਟੇਜਿਕ ਮੂਵਸ। ਜਿਹੜਾ SDS ਪ੍ਰੋਗਰਾਮ ਹੈਗਾ ਉਹਦੇ ਅੰਡਰ ਨਾਓ ਦੇਰ 8 or 9 countries। So now the first source country is India, second one is Philippines, there's a Pakistan, there are 4 or 5 more countries। So students ਉਸ countries ਤੋਂ ਵੀ ਆ ਰਹੇ ਨੇ। ਬਿਲਕੁਲ। ਤਾਂ ਗਵਰਨਮੈਂਟ ਐਕਚੁਅਲੀ ਮਲਟੀ ਕਲਚਰਿਜ਼ਮ ਨੂੰ ਮੇਨਟੇਨ ਕਰਨਾ ਚਾਹੁੰਦੀ ਹੈਗੀ, ਬਟ ਐਂਡ ਗੋਲ ਕੀ ਹੁੰਦਾ ਇੱਥੇ? PR, ਰਾਈਟ? ਇਫ ਆਈ ਐਮ ਨਾਟ ਰੋਂਗ, ਰਾਈਟ? PR ਲੈਣਾ ਚਾਹੁੰਦੇ ਨੇ, ਤੇ ਅਗਰ ਤੁਹਾਡਾ ਐਂਡ ਗੋਲ PR ਹੈਗਾ ਤਾਂ ਐਂਡ ਗੋਲ ਤੱਕ ਜਾਣ ਲਈ ਯੂ ਹੈਵ ਟੂ ਗੋ ਸਟੈਪ ਬਾਈ ਸਟੈਪ, ਸਟੈਪ 1, ਸਟੈਪ 2, ਸਟੈਪ 3, ਰਾਈਟ? ਸੋ ਅਗਰ ਤੁਹਾਡਾ ਫਾਊਂਡਿੰਗ ਸਟੈਪ ਜਿਹੜਾ ਹੈਗਾ, ਜਿੱਥੇ ਨੀਂਹ ਬਣਾਉਣੀ ਆ, ਅਗਰ ਉਹ ਸਟੈਪ ਸਹੀ ਨਹੀਂ ਹੈਗਾ ਤਾਂ ਤੁਸੀਂ ਆਪਦੇ ਐਂਡ ਗੋਲ ਤੱਕ ਨਹੀਂ ਪਹੁੰਚ ਸਕਦੇ। ਵੈਰੀ ਸਿੰਪਲ, ਯੂ ਆਰ ਗੋਇੰਗ ਟੂ ਸਫਰ ਐਜ਼ ਮੈਨੀ ਸਟੂਡੈਂਟਸ ਆਰ ਸਫਰਿੰਗ ਰਾਈਟ ਨਾਓ, ਰਾਈਟ? ਸੋ ਵਾਟ ਆਈ ਸਜੈਸਟ ਟੂ ਆਲ ਪ੍ਰੋਸਪੈਕਟਿਵ ਇੰਟਰਨੈਸ਼ਨਲ ਸਟੂਡੈਂਟਸ ਕਿ ਤੁਸੀਂ ਪਹਿਲਾਂ ਡਿਸਾਈਡ ਕਰੋ ਕਿ ਤੁਸੀਂ ਇੱਥੇ ਪੜ੍ਹਾਈ ਕਿਹੜੀ ਕਰਨੀ ਹੈਗੀ ਹੈ। +2 ਤੋਂ ਬਾਅਦ ਮੈਂ ਕਦੀ ਰਿਕਮੈਂਡ ਨਹੀਂ ਕੀਤੀ ਅੱਜ ਤੱਕ ਕਿ ਤੁਸੀਂ ਪੜ੍ਹਾਈ ਕਰਨ ਲਈ ਕੈਨੇਡਾ ਆਓ, ਨਾ ਹੀ ਮੈਂ ਰਿਕਮੈਂਡ ਕਰਾਂਗਾ। ਤੁਸੀਂ ਐਟਲੀਸਟ ਬੈਚਲਰਸ ਡਿਗਰੀ ਕਰ ਲਿਓ ਇੰਡੀਆ ਦੇ ਵਿੱਚ ਜਿੱਥੇ ਵੀ ਤੁਸੀਂ ਰਹਿ ਰਹੇ ਹੋ। ਬੈਚਲਰਸ ਤੋਂ ਬਾਅਦ ਤੁਸੀਂ ਮਾਸਟਰਸ ਲਈ ਆਓ, ਡਿਪਲੋਮਾ ਲਈ ਆਓ, ਸਰਟੀਫਿਕੇਟ ਲਿਆਓ, ਤਾਂ ਪਹਿਲਾਂ ਹੈਗਾ ਕਿ ਤੁਸੀਂ ਪੜ੍ਹਾਈ ਉੱਥੇ ਕਰ ਲਿਓ। ਬਿਕਾਜ਼ discussion is going to be too long if we discuss too much in detail. The most important thing is maturity, right? Exactly. 18-19 ਸਾਲਾਂ ਦੇ ਵਿੱਚ ਆ ਕੇ ਬੱਚੇ ਨੂੰ ਕੀ ਪਤਾ ਹੁੰਦਾ, ਉਹਨਾਂ ਨੇ ਜ਼ਿੰਦਗੀ ਅਜੇ ਜੀਣੀ ਹੁੰਦੀ ਹੈਗੀ। They are in a new country, in a new culture, cultural shock ਲੱਗਦਾ। ਬਿਲਕੁਲ। ਉਹਨਾਂ ਨੂੰ ਹਰ ਚੀਜ਼ ਸਿੱਖਣੀ ਪੈਂਦੀ ਹੈਗੀ।
ਪੜ੍ਹਾਈ ਵੀ ਕਰਨੀ ਪੈਂਦੀ ਹੈਗੀ, ਕੰਮ ਵੀ ਕਰਨਾ ਪੈਂਦਾ। ਦੇयर ਆਰ ਸੋ ਮੈਨੀ ਚੈਲੰਜਸ, ਰਾਈਟ? ਇਟਸ ਵੈਰੀ ਹਾਰਡ ਟੂ ਕੋਪ ਅਪ ਆਲ ਦਿਸ ਥਿੰਗ। ਤੋਂ ਪਹਿਲਾਂ ਹੈਗਾ ਕਿ ਤੁਸੀਂ ਜਾਂ ਤਾਂ ਬੈਚਲਰਸ ਕਰਨ ਲਈ ਆਓ, ਜਾਂ ਤਾਂ ਬੈਚਲਰਸ ਕਰਕੇ ਤੁਸੀਂ ਪੋਸਟ ਗ੍ਰੈਡ ਡਿਪਲੋਮਾ ਸਰਟੀਫਿਕੇਟ ਜਾਂ ਕਿ ਮਾਸਟਰਸ ਕਰਨ ਲਈ ਆਓ। ਦਿਸ ਇਜ਼ ਨੰਬਰ 1 ਐਡਵਾਈਸ ਟੂ ਮਾਈ ਕਲਾਇੰਟ। ਨੰਬਰ 2, ਜਿਹੜੇ ਸਟੂਡੈਂਟਸ ਇੱਥੇ ਆਉਂਦੇ ਨੇ, ਮੈਂ ਦਿਸ ਇਜ਼ ਵੈਰੀ ਇੰਪੋਰਟੈਂਟ, ਰਾਈਟ? ਯੂਜ਼ਲੀ ਆਪਾਂ ਕਹਿੰਦੇ ਚਲੋ ਉੱਥੇ ਆਪਾਂ ਬਿਜ਼ਨਸ ਦਾ ਪ੍ਰੋਗਰਾਮ ਕਰ ਲਵਾਂਗੇ ਕੈਨੇਡਾ ਦੇ ਵਿੱਚ, ਆਪਾਂ ਜਨਰਲ ਸਟੱਡੀਜ਼ ਕਰ ਲੈਣੀ ਹੈ, ਜਨਰਲ ਸਾਇੰਸ ਪੜ੍ਹ ਲੈਣਾ ਆ, ਐਂਡ ਉਹਨਾਂ ਨੂੰ ਇਕੱਲੇ ਪੜ੍ਹਾਈ ਬਾਰੇ ਪਤਾ ਹੁੰਦਾ ਹੈਗਾ, ਕੈਨੇਡੀਅਨ ਜੌਬ ਮਾਰਕੀਟ ਬਾਰੇ ਨਹੀਂ ਪਤਾ ਹੁੰਦਾ ਹੈ, ਦੈਟਸ ਟਰੂ। ਹਾਊਸਿੰਗ ਬਾਰੇ ਨਹੀਂ ਪਤਾ। ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਹੈਗੀ ਟ੍ਰੇਡ ਦੀ ਅੱਜ ਦੀ ਡੇਟ ਦੇ ਵਿੱਚ। ਕੰਸਟਰਕਸ਼ਨ ਇਜ਼ ਬੂਮਿੰਗ, ਰਾਈਟ? ਤੁਸੀਂ ਹੈਲਥ ਸੈਕਟਰ ਦੇ ਵਿੱਚ ਚੱਲ ਜਾਓ, ਜਿਹੜੇ ਪ੍ਰੋਗਰਾਮਸ ਹੁੰਦੇ ਨੇ, ਵੀ ਹੈਵ ਕ੍ਰਿਟੀਕਲ ਸ਼ਾਰਟੇਜ ਆਫ ਨਰਸਿਸ, ਡਾਕਟਰਸ। ਮੈਂ ਨਹੀਂ ਕਹਿੰਦਾ MBBS ਕਰਨ ਲਈ ਆਓ, ਬਟ ਐਟਲੀਸਟ ਹੈਲਥ ਪ੍ਰੋਗਰਾਮਸ ਅਗਰ ਤੁਸੀਂ ਸੈਲੈਕਟ ਕਰਦੇ ਹੋ, ਟ੍ਰੇਡ ਦੇ ਪ੍ਰੋਗਰਾਮ ਸੈਲੈਕਟ ਕਰਦੇ ਹੋ, ਰਾਈਟ? ਤਾਂ ਉਹ ਪ੍ਰੋਗਰਾਮ ਕਰਕੇ ਤੁਹਾਨੂੰ ਜੌਬ ਵੀ ਮਿਲਣੀ ਹੈ, PR ਵੀ ਮਿਲਣੀ ਹੈਗੀ, ਕਿਉਂਕਿ ਕਈ ਪ੍ਰੋਵਿੰਸਿਸ ਨੇ ਜਿਹੜੇ ਟ੍ਰੇਡ ਨੂੰ ਪ੍ਰੈਫਰ ਕਰਦੇ ਨੇ। ਅਗਰ ਆਪਾਂ BC ਦੀ ਗੱਲ ਕਰੀਏ, ਓਨਟਾਰੀਓ ਦੀ ਗੱਲ ਕਰੀਏ, ਥੀਜ਼ ਆਰ ਦ 2 ਪ੍ਰੋਵਿੰਸਿਸ ਹੂ ਆਰ ਟਾਰਗੇਟਿੰਗ ਟ੍ਰੇਡ ਪੀਪਲ। ਤੇ ਟ੍ਰੇਡ ਦੇ ਵਿੱਚ ਅਗਰ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਪੜ੍ਹਾਈ ਕਰੋਗੇ ਤਾਂ ਤੁਹਾਡਾ ਜਿਹੜਾ ਲੌਂਗ ਟਰਮ ਗੋਲ ਆ ਪੱਕੇ ਹੁੰਦਾ, ਉਹ ਪੂਰਾ ਹੋ ਜਾਣਾ, ਤੁਹਾਡੀ ਜੌਬ ਵੀ ਮਿਲ ਜਾਣੀ ਹੈਗੀ, ਕੋਈ ਪ੍ਰੋਬਲਮ ਨਹੀਂ ਹੋਣੀ ਹੈਗੀ। ਸੋ ਸੈਲੈਕਟ ਦੋਜ਼ ਪ੍ਰੋਗਰਾਮਸ ਜਿਨ੍ਹਾਂ ਦੇ ਵਿੱਚ ਇੰਪਲੋਏਬਿਲਿਟੀ ਹੈਗੀ ਆ। ਅਦਰਵਾਈਜ਼ you will do only basic jobs, right? You can get a job at a very lower level. Minimum wages ਦੀ paying jobs ਹੁੰਦੀ ਨੇ, ਇੱਥੇ ਆ ਕੇ ਤੁਹਾਨੂੰ ਪਤਾ ਚੱਲਦਾ ਕਿ ਕੀ ਰਿਐਲਿਟੀ ਹੈਗੀ। So number 2 is whenever you select a program, right? Select those programs ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਇੰਪਲੋਏਬਿਲਿਟੀ ਹੈਗੀ ਆ। ਬਿਲਕੁਲ। ਡੋਂਟ ਗੋ ਫॉर ਕਿ ਇੱਥੇ ਪੜ੍ਹਾਈ ਕਰਕੇ ਆਹ ਸੌਖਾ ਪ੍ਰੋਗਰਾਮ ਹੈਗਾ, ਆਹ ਸੌਖਾ ਇੱਥੇ ਕਾਲਜ ਜਾਣ ਦੀ ਲੋੜ ਨਹੀਂ ਪੈਣੀ ਹੈਗੀ। ਜ਼ਿੰਦਗੀ ਦਾ ਬੜਾ ਸਿੰਪਲ ਫੰਡਾ ਹੈਗਾ, ਜਾਂ ਤਾਂ ਤੁਸੀਂ ਹੁਣ ਔਖੇ ਹੋ ਜਾਓ ਤਾਂ ਬਾਅਦ ਦੇ ਵਿੱਚ ਸੌਖੇ ਹੋਣੇ ਆ, ਜਾਂ ਕਿ ਤੁਸੀਂ ਸੌਖੇ ਹੋ ਜਾਓ ਤਾਂ ਬਾਅਦ ਦੇ ਵਿੱਚ ਤੁਸੀਂ ਔਖੇ ਹੋਣਾ ਹੈ, ਰਾਈਟ? ਅਜੇ ਤੁਹਾਡੀ ਯੰਗ ਏਜ ਹੈਗੀ, ਅਜੇ ਤੁਸੀਂ ਔਖਾ ਹੋ ਜਾਓ, ਔਖਾ ਤੁਸੀਂ ਹੁਣ ਹੋ ਜਾਓਗੇ ਤਾਂ ਬਾਅਦ ਦੇ ਵਿੱਚ ਤੁਹਾਡੀ ਲਾਈਫ ਸੌਖੀ ਹੋਣੀ ਹੈਗੀ। ਸੋ ਯੂ ਹੈਵ ਟੂ ਥਿੰਕ ਦ long term things, right? So this is my suggestion number 2 to all students, right? Number 3, finances, right? Now the GIC is double, right? So you have to think financial part as well. Yeah, so these are the 3 major things you have to think about. PR ਅਗਰ ਤੁਸੀਂ ਲੈਣੀ ਹੈਗੀ ਤਾਂ PR ਲਈ ਤੁਹਾਨੂੰ ਪਹਿਲਾਂ ਹੀ ਸੋਚਣਾ ਪੈਣਾ ਕਿ ਕਿਹੜੇ ਪ੍ਰੋਗਰਾਮ ਦੇ ਵਿੱਚ, ਕਿਹੋ ਜਿਹੇ ਪ੍ਰੋਗਰਾਮ ਦੇ ਵਿੱਚ ਮੈਨੂੰ ਪੋਸਟ ਗ੍ਰੈਡ ਵਰਕ ਪਰਮਿਟ ਮਿਲ ਸਕਦਾ ਹੈ, ਕਿਹੜੇ ਕਾਲਜਸ ਦੇ ਵਿੱਚ ਮਿਲ ਸਕਦਾ ਆ, ਕਿਹੜੀ ਪੜ੍ਹਾਈ ਕਰਕੇ ਇੰਪਲੋਏਬਿਲਿਟੀ ਵਧੀਆ ਹੈਗੀ ਗਾਹਾਂ PR। ਇੱਕ ਹੋਰ ਪੁਆਇੰਟ ਮੈਂ ਮਿਸ ਕਰ ਰਿਹਾ, ਜਿਹੜੇ ਸਟੂਡੈਂਟਸ ਨੇ ਉਹ ਕਹਿੰਦੇ ਨੇ ਚਲੋ ਆਪਾਂ BC ਚੱਲਦੇ ਹਾਂ, ਗ੍ਰੇਟਰ ਵੈਨਕੂਵਰ ਚੱਲਦੇ ਹਾਂ, ਆਪਾਂ ਸਰੀ ਚੱਲਦੇ ਹਾਂ, ਆਪਾਂ ਟੋਰਾਂਟੋ ਚੱਲਦੇ ਹਾਂ, ਮਿਸੀਸਾਗਾ ਚੱਲਦੇ ਹਾਂ, ਰਾਈਟ? ਇੱਥੇ ਤਾਂ ਪਹਿਲਾਂ ਹੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ, ਰਾਈਟ? ਤਾਂ ਇੱਥੇ ਇਨਫਲੇਸ਼ਨ ਵੀ ਜ਼ਿਆਦਾ ਹੈਗੀ ਆ, ਰਾਈਟ? ਬਟ ਇਫ ਯੂ ਸੈਲੈਕਟ ਇਨ ਅਦਰ ਪ੍ਰੋਵਿੰਸਿਸ ਜਿੱਥੇ ਹਜੇ ਪਾਪੂਲੇਸ਼ਨ ਘੱਟ ਆ, ਉੱਥੇ ਹੁਣ ਲਾਈਫ ਟਫ ਜ਼ਰੂਰ ਹੋਊਗੀ, ਪਰ ਉੱਥੇ ਤੁਹਾਨੂੰ ਜੌਬ ਮਿਲ ਜਾਣੀ ਹੈਗੀ। ਉੱਥੋਂ ਦੇ ਜਿਹੜੇ PR ਦੇ ਪ੍ਰੋਗਰਾਮਸ ਨੇ, ਲਾਈਕ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਜਿਹੜੇ ਪ੍ਰੋਗਰਾਮਸ ਹੁੰਦੇ ਨੇ, ਉਹ ਈਜ਼ੀ ਹੁੰਦੇ ਨੇ। ਤੁਸੀਂ ਸੁਣਿਆ ਹੋਣਾ ਕਿ ਜਿਹੜੇ ਓਨਟਾਰੀਓ ਦੇ ਬੱਚੇ ਨੇ ਜਾਂ BC ਦੇ ਬੱਚੇ ਨੇ, ਸਾਰੇ ਕਿੱਧਰਲੇ ਪਾਸੇ ਜਾਂਦੇ ਨੇ, ਐਲਬਰਟਾ ਚਲੀਏ। ਕਿਉਂ ਜਾ ਰਹੇ ਨੇ? ਕਿਉਂਕਿ ਉੱਥੇ PR ਸੌਖੀ ਹੈਗੀ। ਸੋ ਰਾਦਰ ਦੈਨ ਕਿ ਤੁਸੀਂ ਇੱਥੇ ਆ ਕੇ ਪੜ੍ਹਾਈ ਕਰਨ ਤੋਂ ਬਾਅਦ ਤੁਹਾਨੂੰ ਸੋਚਣਾ ਪੈ ਜਾਵੇ, ਤੁਸੀਂ ਪਹਿਲਾਂ ਹੀ ਸੋਚੋ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਣਾ ਜ਼ਿਆਦਾ ਵਧੀਆ ਰਹੂਗਾ ਕਿ ਲੌਂਗ ਟਰਮ ਦੇ ਵਿੱਚ। ਇਹਦੇ ਲਈ ਬੈਸਟ ਐਗਜ਼ਾਮਪਲ ਹੈਗਾ, ਫਰਜ਼ ਕਰੋ ਤੁਸੀਂ +2 ਤੋਂ ਬਾਅਦ ਇੱਥੇ ਆਉਣਾ ਚਾਹੁੰਦੇ ਹੋ, ਰਾਈਟ? ਅਤੇ +2 ਤੋਂ ਬਾਅਦ ਤੁਸੀਂ ਇਹੋ ਜਿਹੇ ਪ੍ਰੋਵਿੰਸ ਦੇ ਵਿੱਚ ਐਡਮਿਸ਼ਨ ਲਿਓ ਜਿੱਥੇ ਉਸ ਪ੍ਰੋਵਿੰਸਿਸ ਦੇ ਜਿਹੜੇ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਨੇ ਉਹ ਸਪੋਰਟ ਕਰਦੇ ਨੇ, PNP ਨੂੰ ਸਪੋਰਟ ਕਰਦੇ ਨੇ। ਕਿਉਂਕਿ ਫੈਡਰਲ ਲੈਵਲ ਦੇ ਜਿਹੜੇ ਪ੍ਰੋਗਰਾਮਸ ਨੇ, ਲਾਈਕ ਐਕਸਪ੍ਰੈਸ ਇੰਟਰਵਿਊ ਤਾਂ ਬਹੁਤ ਟਫ ਨੇ, ਉੱਥੇ ਤੁਹਾਡੇ ਪੁਆਇੰਟਸ ਕਦੀ ਨਹੀਂ ਬਣਨੇ, ਫੋਰਗੇਟ ਅਬਾਊਟ ਇਟ। ਭਾਵੇਂ ਤੁਸੀਂ ਓਨਟਾਰੀਓ ਦੇ ਵਿੱਚ ਹੋ, ਭਾਵੇਂ ਤੁਸੀਂ BC ਦੇ ਵਿੱਚ ਹੋ, ਭਾਵੇਂ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਰਹਿ ਰਹੇ ਹੋ, ਉਹਦਾ ਕੋਈ ਤੁਹਾਨੂੰ ਐਡਵਾਂਟੇਜ ਨਹੀਂ ਹੈਗਾ। ਬਟ ਇਫ ਯੂ ਗੋ ਟੂ ਦੋਜ਼ ਪ੍ਰੋਵਿੰਸਿਸ ਲਾਈਕ ਐਲਬਰਟਾ ਹੋ ਗਿਆ, ਨਿਊ ਫਾਊਂਡਲੈਂਡ ਲੈਬਰਾਡੋਰ ਹੋ ਗਿਆ, ਸਸਕੈਚੁਅਨ ਹੋ ਗਿਆ, ਰਾਈਟ? ਇਹੋ ਜਿਹੇ ਪ੍ਰੋਵਿੰਸਿਸ ਦੇ ਵਿੱਚ ਇਹੋ ਜਿਹੇ ਪ੍ਰੋਗਰਾਮਸ ਨੇ ਜਿੱਥੇ 2 ਸਾਲ ਦੀ ਪੜ੍ਹਾਈ ਕਰਕੇ ਵੀ ਤੁਹਾਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਰਾਹੀਂ PR ਮਿਲ ਸਕਦੀ ਆ। ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਪੁਆਇੰਟ, ਰਾਈਟ? ਲੋਕੀ ਡੋਂਟ ਦੇ ਚਲੋ ਆਪਾਂ BC ਚੱਲਦੇ ਹਾਂ, ਓਨਟਾਰੀਓ ਚੱਲਦੇ ਹਾਂ, ਦੇ ਸ਼ੁੱਡ ਥਿੰਕ ਅਬਾਊਟ ਇਟ। ਯਾ, ਬਿਲਕੁਲ। ਸੋਹਣੀ ਜਗ੍ਹਾ ਨਹੀਂ ਦੇਖਣੀ ਚਾਹੀਦੀ ਕਦੇ। ਆਫ ਕੋਰਸ ਕੈਨੇਡਾ ਇਜ਼ ਬਿਊਟੀਫੁਲ। ਆਈ ਗੈਸ ਯਾ। ਅਨੁਜ ਜੀ, ਲੈਂਗੁਏਜ ਨੂੰ ਲੈ ਕੇ ਵੀ ਸੁਣਨ ਨੂੰ ਆ ਰਿਹਾ ਕਿ ਕੁਝ ਸਟ੍ਰਿਕਨੈਸ ਹੋਊਗੀ। ਲੈਂਗੁਏਜ ਨੂੰ ਲੈ ਕੇ ਕੀ ਸਟ੍ਰਿਕਨੈਸ ਆਊਗੀ? ਜਿਹੜੀ BC ਗਵਰਨਮੈਂਟ ਹੈਗੀ, ਉਹਨਾਂ ਨੇ ਰੀਸੈਂਟਲੀ ਅਨਾਊਂਸ ਕੀਤਾ ਹੈਗਾ ਕਿ ਉਹਨਾਂ ਨੇ ਜਿਹੜਾ IELTS ਦੀ ਜਾਂ SELPIP ਦੀ ਮੋਰ ਟੈਕਨੀਕਲੀ ਇੰਗਲਿਸ਼ ਦੀ ਜਿਹੜੀ ਰਿਕੁਆਇਰਮੈਂਟ ਹੈਗੀ, ਜਿਵੇਂ ਬੈਂਡਸ ਕਹਿੰਦੇ ਨੇ, CLB ਕਹਿੰਦੇ ਨੇ, ਕੈਨੇਡੀਅਨ ਲੈਂਗੁਏਜ ਬੈਂਚਮਾਰਕ, ਉਹਨਾਂ ਨੇ ਹਾਈ ਕਰ ਦੇਣਾ ਆ ਆਉਣ ਵਾਲੇ ਟਾਈਮ ਦੇ ਵਿੱਚ। ਉਹ ਕਹਿੰਦੇ ਨੇ ਕਿ
ਇੰਗਲਿਸ਼ ਇਜ਼ ਅ ਵੈਰੀ ਇੰਪੋਰਟੈਂਟ ਫੈਕਟਰ। ਬੱਚਾ ਆਊਗਾ ਇੰਗਲਿਸ਼ ਦੇ ਵਿੱਚ ਹੀ ਪੜ੍ਹਾਈ ਕਰੂਗਾ। ਤੇ ਹੁਣ ਤੱਕ ਜਿਹੜਾ ਸੀਗਾ CLB 7 ਉਹਨਾਂ ਨੇ ਰੱਖਿਆ ਹੋਇਆ ਸੀਗਾ, CLB 7 ਤੋਂ ਥੱਲੇ ਵੀ ਸੀਗਾ ਪ੍ਰਾਈਵੇਟ ਕਾਲਜਸ ਦੇ ਵਿੱਚ ਐਡਮਿਸ਼ਨ ਲੈਣ ਲਈ, ਬਟ ਉਹ ਜਿਹੜਾ ਬੈਂਚਮਾਰਕ ਹੈਗਾ ਉਹ ਉਹਨਾਂ ਨੂੰ ਹਾਈ ਕਰ ਦੇਣਾ ਹੈਗਾ ਮਾਰਚ ਦੇ ਵਿੱਚ। ਉਹ ਤਾਂ ਕਰਕੇ ਕਹਿ ਰਹੇ ਨੇ ਕਿ ਇੰਗਲਿਸ਼ ਇਜ਼ ਅ ਮੇਨ ਫੈਕਟਰ। ਅਗਰ ਚੰਗੀ ਇੰਗਲਿਸ਼ ਹੋਊਗੀ ਤਾਂ ਹੀ ਬੱਚਾ ਇੱਥੇ ਪੜ੍ਹ ਸਕਦਾ ਹੈਗਾ, ਤੇ ਉਹ ਬੈਂਚਮਾਰਕ ਨੂੰ ਹਾਈ ਕਰ ਰਹੇ ਨੇ। ਬਿਲਕੁਲ, ਯਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਹੈ, ਕਿਉਂਕਿ ਸਕਰੀਨਿੰਗ ਹੋ ਕੇ ਉਹੀ ਬੱਚਾ ਆਊਗਾ ਜਿਹੜਾ ਅਸਲ 'ਚ ਪੜ੍ਹ ਸਕਦਾ, ਤਾਂ ਕਿਤੇ ਨਾ ਕਿਤੇ ਬੱਚੇ ਲਈ ਵੀ ਵਧੀਆ ਹੈ। ਕਿਉਂਕਿ ਕਈ ਵਾਰ ਐਕਸਾਈਟਮੈਂਟ, ਜਿਵੇਂ ਤੁਸੀਂ ਪਹਿਲੇ ਵੀ ਕਿਹਾ ਕਿ ਐਕਸਾਈਟਮੈਂਟ 'ਚ ਬੱਚੇ ਇੱਥੇ ਆ ਜਾਂਦੇ, ਬਟ ਬਾਅਦ 'ਚ ਨਾ ਉਹ ਪੜ੍ਹ ਪਾਉਂਦੇ ਹੈ, ਬਹੁਤ ਚੀਜ਼ਾਂ ਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਸੋ ਓਵਰਆਲ ਜੇ ਅਸੀਂ ਅੱਜ ਦੀ ਪੂਰੀ ਕਨਵਰਸੇਸ਼ਨ ਨੂੰ ਸਮ ਅਪ ਕਰੀਏ, ਤੁਹਾਨੂੰ ਕੀ ਲੱਗਦਾ ਹੈ ਕਿ ਇਮੀਗ੍ਰੇਸ਼ਨ ਕੰਟਰੋਲ ਕਰਨੀ ਸੱਚੀ ਕਿੰਨੀ ਕੁ ਜ਼ਰੂਰੀ ਸੀ ਇਸ ਟਾਈਮ 'ਤੇ? ਉਸ ਤੋਂ ਪਹਿਲਾਂ ਮੈਂ ਲੈਂਗੁਏਜ ਦੇ ਵਿੱਚ ਇੱਕ ਹੋਰ ਪ੍ਰੈਕਟੀਕੈਲਿਟੀ ਦੀ ਗੱਲ ਐਡ ਕਰਨਾ ਚਾਹਾਂਗਾ। ਮੈਂ ਬਿਲਕੁਲ, ਆਪ ਸੋਚਦੇ ਹਾਂ ਕਿ ਚਲੋ ਆਈਲੈਟ ਦੇ ਵਿੱਚ ਆਪਾਂ 7 ਬੈਂਡ ਲੈ ਲਵਾਂਗੇ, ਦੈਨ ਸਾਨੂੰ ਵੀਜ਼ਾ ਮਿਲ ਜਾਊਗਾ। ਚਲੋ ਉਹ ਵੀਜ਼ਾ ਪਰਸਪੈਕਟਿਵ ਤੋਂ ਇੱਕ ਰਿਕੁਆਇਰਮੈਂਟ ਹੈਗੀ ਆ, ਬਟ ਪ੍ਰੈਕਟੀਕੈਲਿਟੀ ਦੇ ਵਿੱਚ ਆ ਗੱਲ ਸੱਚ ਵੀ ਹੈਗੀ ਆ। ਹਾਇਰ ਬੈਂਡ ਮੀਨਸ ਕਿ ਤੁਹਾਡੀ ਇੰਗਲਿਸ਼ ਵਧੀਆ ਹੈਗੀ, ਤੁਸੀਂ ਕੈਨੇਡਾ ਆ ਕੇ ਇਫ ਯੂ ਹੈਵ ਟੂ ਫਾਈਂਡ ਅ ਗੁੱਡ ਜੌਬ, ਤੁਸੀਂ ਜਦੋਂ ਜੌਬ ਕਰੋਗੇ ਜਿਨ੍ਹਾਂ ਨੂੰ ਤੁਸੀਂ ਸਰਵਿਸ ਦੇਣੀ ਹੈਗੀ, ਯੂ ਹੈਵ ਟੂ ਵਰਕ ਇਨ ਐਨ ਇੰਗਲਿਸ਼ ਸਪੀਕਿੰਗ ਕੰਟਰੀ। ਅਗਰ ਹਾਇਰ ਬੈਂਡ ਹੋਣਗੇ, ਇਟ ਮੀਨਸ ਯੋਰ ਇੰਗਲਿਸ਼ ਇਜ਼ ਗੁੱਡ, chances of your employability will go high। ਤੁਸੀਂ ਕਮਿਊਨਿਟੀ ਦੇ ਵਿੱਚ ਈਜ਼ੀਲੀ ਐਕਲੀਮੇਟਾਈਜ਼ ਹੋ ਜਾਣੇ ਆ। ਸੋ ਗਵਰਨਮੈਂਟ ਦਾ ਆ ਮੂਵ ਆਈ ਵੁੱਡ ਸੇ ਦਿਸ ਇਜ਼ ਗੁੱਡ, ਰਾਈਟ। ਉਹ ਫਿਲਟਰ ਲਾ ਰਹੇ ਨੇ, ਬੇਸਿਕਲੀ ਦੇ ਆਰ ਇਨਕਲਾਈਨਿੰਗ ਟੂਵਰਡਸ ਕੁਆਲਿਟੀ ਪੀਪਲ, ਕੁਆਲਿਟੀ ਸਟੂਡੈਂਟਸ। ਐਵਰੀਥਿੰਗ ਇਜ਼ ਅਬਾਊਟ ਕੁਆਲਿਟੀ। ਅਗਰ ਤੁਸੀਂ ਕੰਪੇਅਰ ਕਰੋ ਅਮਰੀਕਾ ਦੇ ਵਿੱਚ, ਤਾਂ ਅਮਰੀਕਾ ਦੇ ਵਿੱਚ ਲੋਕੀ ਮਾਸਟਰਸ ਕਰਨ ਲਈ ਜਾਂਦੇ ਨੇ, PhD ਜਾਂ 2 ਸਾਲ ਦਾ ਡਿਪਲੋਮਾ, ਬਟ majority of student goes to states for doing masters and PhD। so Canada भी समझ लो कि they are trying to follow the same path कि students चाहिए लेकिन quality students चाहिए। ਇਹੋ ਜਿਹੇ students चाहिए ਜਿਹੜੇ ਇੱਥੇ ਆ ਕੇ ਪੜ੍ਹਾਈ ਕਰ ਲੈਣ, ਇੰਗਲਿਸ਼ ਵਧੀਆ ਹੋਊਗੀ ਤਾਂ ਪੜ੍ਹਾਈ ਵੀ ਕਰ ਲੈਣਗੇ, ਰਾਈਟ। MBA ਇੱਕ ਲਿਕਰੇਟਿਵ ਪਾਰਟ ਹੈਗਾ, ਮਾਸਟਰਸ ਲਿਕਰੇਟਿਵ ਪਾਰਟ ਹੈਗਾ, ਕਿਉਂਕਿ ਜਿਹੜੇ ਸਟੂਡੈਂਟਸ ਇੱਥੇ MBA ਮਾਸਟਰਸ ਕਰਦੇ ਨੇ ਉਹਨਾਂ ਦੀ ਜੌਬ ਦੇ ਵਿੱਚ ਯੂਜ਼ਲੀ ਪ੍ਰੋਬਲਮ ਨਹੀਂ ਆਉਂਦੀ ਹੈਗੀ, ਰਾਈਟ। ਐਂਡ ਯੂਜ਼ਲੀ ਮਾਸਟਰਸ ਐਂਡ MBA ਆਰ ਆਫਰਡ ਬਾਈ ਗੁੱਡ ਯੂਨੀਵਰਸਿਟੀਜ਼, ਸੋ ਇੰਪਲੋਏਬਿਲਿਟੀ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਸੋ ਇੰਪਲੋਏਬਿਲਿਟੀ ਇਜ਼ ਅਨਦਰ ਫੈਕਟਰ। ਯਾ, ਸੋ ਮੇਰਾ ਸਵਾਲ ਤੁਹਾਡੇ ਤੋਂ ਇਹੀ ਰਹੂਗਾ ਕਿ ਓਵਰਆਲ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨੀ ਜ਼ਰੂਰੀ ਸੀ ਇਸ ਸਮੇਂ ਤੇ ਸਟੂਡੈਂਟਸ ਦੀ ਬੇਸਿਕਲੀ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨਾ? ਓਕੇ, ਦਿਸ ਇਜ਼ ਅ ਵੈਰੀ ਬਰਨਿੰਗ ਕੁਐਸਚਨ, ਰਾਈਟ। ਸੋ ਇਟਸ ਜਿਹੜਾ ਮੈਂ ਆਨਸਰ ਦਿਆਂਗਾ, ਦਿਸ ਇਜ਼ ਮਾਈ ਪੈਰਾਡਾਈਮ, ਮਤਲਬ ਆ ਮੇਰਾ ਪਰਸਪੈਕਟਿਵ ਹੈਗਾ। ਆਹੀ ਸਵਾਲ ਅਗਰ ਤੁਸੀਂ ਕਿਸੇ ਪੈਰੈਂਟਸ ਨੂੰ ਪੁੱਛੋਗੇ ਜਾਂ ਕਿਸੇ ਏਜੰਟ ਨੂੰ ਪੁੱਛੋਗੇ, ਰਾਈਟ, ਇੱਕ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਬਾਹਰ ਬੈਠੇ ਨੇ ਜਾਂ ਏਜੰਟ, ਉਹਨਾਂ ਨੂੰ ਪੁੱਛੋਗੇ ਤਾਂ ਉਹਨਾਂ ਦਾ ਆਨਸਰ ਡਿਫਰੈਂਟ ਹੋਊਗਾ। To be very honest, so this is a very tricky question, right? So everyone will give you a different answer। ਜਿਹੜਾ ਕੈਨੇਡੀਅਨ ਕੰਸਲਟੈਂਟ ਆ ਉਹਨਾਂ ਨੇ ਡਿਫਰੈਂਟ ਆਨਸਰ ਦੇਣਾ ਆ, ਜਿਹੜੇ ਕੰਸਲਟੈਂਟਸ ਬਾਹਰ ਬੈਠੇ ਨੇ they will give you a different answer। It's about their paradigm, their business structure, but as a Canadian ਮੈਂ ਤੁਹਾਨੂੰ ਆਨਸਰ ਦੇਵਾਂਗਾ ਜਿਹੜੀ ਚੀਜ਼ ਗਵਰਨਮੈਂਟ ਸੋਚਦੀ ਹੈਗੀ, ਜਿਹੜੀ ਚੀਜ਼ ਆਪਾਂ ਸੋਚਦੇ ਹਾਂ, ਰਾਈਟ। ਸੋ ਐਵਰੀਥਿੰਗ ਇਜ਼ ਅਬਾਊਟ ਡਿਮਾਂਡ ਐਂਡ ਸਪਲਾਈ, ਰਾਈਟ। ਹੁਣ ਆ ਗੱਲ ਸੱਚ ਹੈਗੀ ਕਿ there is a crisis in everything, right? There is a crisis in ਜਿਹੜਾ ਘਰ ਦਾ ਮਸਲਾ ਹੈਗਾ, ਹਾਊਸਿੰਗ ਕ੍ਰਾਈਸਿਸ ਹੈਗੀ ਆ, ਇਨਫਰਾਸਟ੍ਰਕਚਰ ਕ੍ਰਾਈਸਿਸ ਹੈਗੀ ਆ। ਅਗਰ ਤੁਸੀਂ ਹਸਪੀਟਲ ਦੇ ਵਿੱਚ ਜਾਓ ਤਾਂ ਕੋਈ ਵੀ ਸਰਵਿਸ ਲੈਣੀ ਹੈਗੀ, there are more wait times because ਅਗਰ ਤੁਸੀਂ ਸਰੀ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਵੇਖਿਆ ਹੋਣਾ 20 ਸਾਲਾਂ ਦੇ ਵਿੱਚ ਤਾਂ ਕੋਈ ਹਸਪੀਟਲ ਨਹੀਂ ਬਣਿਆ ਹੈਗਾ, ਜਦ ਕਿ ਇੱਥੇ ਪਾਪੂਲੇਸ਼ਨ 3 or 4 ਟਾਈਮਸ ਵੱਧ ਚੁੱਕੀ ਹੈਗੀ, ਪੇਸ਼ੈਂਟਸ ਵੱਧ ਚੁੱਕੇ ਨੇ। ਸੋ ਗਵਰਨਮੈਂਟ ਨੇ ਸਟੂਡੈਂਟਸ ਤਾਂ ਵਧਾ ਦਿੱਤੇ, ਪਰ ਉਹਨਾਂ ਨੇ ਉਹਦੇ ਅਕੋਰਡਿੰਗਲੀ ਇੱਥੇ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕੀਤਾ, ਰਾਈਟ। ਸੋ ਇਟਸ ਅਬਾਊਟ ਡਿਮਾਂਡ ਐਂਡ ਸਪਲਾਈ। ਜਿਹੜਾ ਸਟੈਪ ਲਿਆ ਹੈਗਾ ਉਹਨਾਂ ਨੇ ਕਰਬ ਕੀਤਾ ਹੈਗਾ ਨੰਬਰਸ, ਰਾਈਟ। ਅਤੇ ਨੰਬਰਸ ਨੂੰ ਕੱਟ ਕਰਨ ਦੇ ਪਿੱਛੇ ਜਿਹੜਾ ਮੇਨ ਰੀਜ਼ਨ ਸੀਗਾ ਕਿ ਹਾਊਸਿੰਗ ਕ੍ਰਾਈਸਿਸ ਨੂੰ ਕੰਟਰੋਲ ਕਰਨਾ, ਅਤੇ ਬਾਕੀ ਜਿਹੜੇ ਯੂਟਿਲਿਟੀਜ਼ ਹੈਗੀਆਂ, ਇਨਫਰਾਸਟ੍ਰਕਚਰ ਹੈਗਾ, ਰੈਂਟ ਨੂੰ ਵੇਖ ਲਿਓ ਤੁਸੀਂ, ਰਾਈਟ। ਅਗਰ ਤੁਸੀਂ ਇੱਥੇ ਬੱਚੇ ਆਉਣਗੇ, ਉਹਨਾਂ ਨੇ ਬੇਸਮੈਂਟਾਂ ਦੇ ਵਿੱਚ ਅਪਾਰਟਮੈਂਟ ਵਿੱਚ ਰਹਿਣਾ ਹੈਗਾ, ਦ ਰੈਂਟ ਇਜ਼ ਸੋ ਹਾਈ, ਸੋ ਕਾਸਟਲੀ, ਰਾਈਟ। ਇੱਕ ਸਟੂਡੈਂਟ ਲਈ ਅਫੋਰਡ ਕਰਨਾ ਬਹੁਤ ਮੁਸ਼ਕਿਲ ਆ। ਸੋ ਹੋ ਕੀ ਰਿਹਾ ਹੈਗਾ, ਇੱਕ ਸਿੰਗਲ ਰੂਮ ਦੀ ਬੇਸਮੈਂਟ ਦੇ ਵਿੱਚ there are 3 or 4 ਸਟੂਡੈਂਟਸ ਆਰ ਲਿਵਿੰਗ ਟੁਗੇਦਰ। ਉੱਥੇ ਲਿਵਿੰਗ ਕੰਡੀਸ਼ਨ ਕਿੰਨੀ ਵਰਸਟ ਹੈਗੀ, ਰਾਈਟ। ਸੋ ਬੇਸਿਕਲੀ ਅਗਰ ਤੁਸੀਂ ਓਵਰਆਲ ਵੇਖੋ ਤਾਂ ਗਵਰਨਮੈਂਟ ਨੇ ਸਟੂਡੈਂਟ ਦੇ ਬੈਨੀਫਿਟ ਲਈ ਕੀਤਾ ਹੈਗਾ, ਰਾਈਟ। ਐਗਜ਼ੈਕਟਲੀ, ਸਟੂਡੈਂਟ ਨੇ ਬੈਨੀਫਿਟ ਲਈ ਕਿ ਜਿਹੜੇ ਸਟੂਡੈਂਟ ਇੱਥੇ ਹੈਗੇ ਉਹਨਾਂ ਨੂੰ ਇੱਕ ਕੁਆਲਿਟੀ ਆਫ ਲਾਈਫ ਮਿਲੇ, ਰਾਈਟ। ਕੁਆਲਿਟੀ ਆਫ ਲਾਈਫ ਅਫੋਰਡੇਬਿਲਿਟੀ ਤਾਂ ਹੀ ਹੋ ਸਕੂਗੀ ਜਦੋਂ ਇੱਥੇ ਘੱਟ ਸਟੂਡੈਂਟਸ ਆਉਣਗੇ,
ਰਾਈਟ ਇਟਸ ਵੈਰੀ ਸਿੰਪਲ, ਇਟਸ ਅਬਾਊਟ ਡਿਮਾਂਡ ਐਂਡ ਸਪਲਾਈ। ਸੇ ਫॉर ਐਗਜ਼ਾਮਪਲ ਆਪਾਂ ਇੱਕ ਕਮਿਊਨਿਟੀ ਦੇ ਵਿੱਚ ਰਹਿੰਦੇ ਹਾਂ, ਉੱਥੇ 10 ਘਰ ਹੈਗੇ, ਰਾਈਟ। ਉੱਥੇ 10 ਘਰ ਦੇ ਵਿੱਚ ਰਹਿਣ ਲਈ ਇੱਕ ਲਿਮਿਟਿਡ ਨੰਬਰ ਆਫ ਲੋਕੀ ਡਿਮਾਂਡ ਕੇ ਇੱਥੇ ਰਹਿਣਾ ਹੈਗਾ। ਉੱਥੇ ਅਗਰ ਟ੍ਰਿਪਲ ਜਾਂ 4 ਟਾਈਮਸ ਡਿਮਾਂਡ ਹੋ ਜਾਣੀ ਆ ਤੇ ਉਹ ਰੈਂਟ ਉਹਦਾ ਆਟੋਮੈਟਿਕਲੀ ਵੱਧ ਜਾਣਾ ਆ। ਬਟ ਨਾਓ ਕਿਉਂਕਿ ਕਰਬ ਹੋ ਜਾਣਾ ਹੈਗਾ ਤੇ ਜਿਹੜੇ ਲੋਕੀ ਇੱਥੋਂ ਪਹਿਲਾਂ ਹੀ ਰਹਿ ਰਹੇ ਨੇ ਤੇ ਐਟਲੀਸਟ ਰੈਂਟਲ ਮਾਰਕੀਟ ਜਿਹੜੀ ਹੈਗੀ ਥੋੜੀ ਕੂਲ ਡਾਊਨ ਹੋਊਗੀ, ਕਿਉਂਕਿ ਮੈਕਸਿਮਮ ਜਿਹੜੇ ਇੱਥੇ ਇਮੀਗ੍ਰੈਂਟਸ ਆ ਰਹੇ ਨੇ ਤਾਂ ਟੈਂਪਰੇਰੀ ਆ ਰਹੇ ਨੇ, ਸਭ ਤੋਂ ਜ਼ਿਆਦਾ ਗਿਣਤੀ ਹੈਗੀ ਸਟੂਡੈਂਟਸ ਦੀ ਹੈਗੀ, ਤਾਂ ਉੱਥੇ ਥੋੜਾ ਜਿਹਾ ਕੰਟਰੋਲ ਹੋਊਗਾ। ਦੂਜਾ ਪੁਆਇੰਟ ਹੈਗਾ ਦੇਖੋ ਬੈਟਰਮੈਂਟ job, this is very important, right? jobs ही main है, jobs is future main। देखो if think on a broader perspective, ਠੀਕ ਹੈ, ਕੈਨੇਡਾ ਦੇ ਵਿੱਚ ਕੋਈ ਇਨਫਰਾਸਟ੍ਰਕਚਰ ਇੰਡਸਟਰੀ ਨਹੀਂ ਹੈਗੀ ਇੱਥੇ। ਜੌਬਸ ਤਾਂ ਦੇਖੋ ਲਿਮਿਟਡ ਹੈਗੀਆਂ, there are not unlimited number of jobs here। 4 ਕਰੋੜ ਤੋਂ ਟੋਟਲ ਕੈਨੇਡਾ ਦੀ ਪਾਪੂਲੇਸ਼ਨ ਹੈਗੀ ਆ ਤੇ ਜੌਬ ਲੈਣ ਲਈ ਜਦੋਂ ਆਪਾਂ ਜਾਂਦੇ ਆ ਤੇ ਉੱਥੇ 2 ਪੋਜੀਸ਼ਨਾਂ ਹੈਗੀਆਂ, ਅਪਲਾਈ ਕਰਨ ਵਾਲੇ 20 ਨੇ। ਜਿੱਥੇ ਅਪਲਾਈ ਕਰਨ ਵਾਲੇ 40 ਹੋਣਗੇ ਤਾਂ ਜੌਬ ਤਾਂ ਕੰਪਨੀ ਨੇ 2 ਹੀ EMPLOYEES ਨੂੰ ਦੇਣੀ ਹੈਗੀ, ਐਗਜ਼ੈਕਟਲੀ, ਰਾਈਟ। ਤਾਂ ਉੱਥੇ ਤੇ ਮੋਰਓਵਰ ਜਿਨ੍ਹਾਂ ਨੂੰ ਜੌਬ ਮਿਲ ਜੂਗੀ ਉਹਨਾਂ ਨੂੰ ਜਿਹੜੀ ਕੰਡੀਸ਼ਨਸ ਹੈਗੀ, ਜਿਹੜੇ EMPLOYMENT ਕੰਡੀਸ਼ਨਸ ਹੈਗੀਆਂ ਨੇ, EMPLOYER ਨੂੰ ਪਤਾ ਕਿ ਇਸ ਜੌਬ ਨੂੰ ਕਰਨ ਲਈ ਪਿੱਛੇ ਲਾਈਨ ਦੇ ਵਿੱਚ there is a big line, right? ਤੇ EMPLOYER will offer less wages, right? which is practically true। ਉਹਨਾਂ ਦਾ ਫਾਇਦਾ, ਉਹਨਾਂ ਦਾ EMPLOYER ਦਾ ਫਾਇਦਾ ਹੋਣਾ ਹੈਗਾ ਬਿਕਾਜ਼ ਪਰ ਉਹਦਾ ਕੰਪੀਟੀਸ਼ਨ ਅਗਰ ਹੈਗਾ ਕਿ ਨਹੀਂ ਬਈ ਇੱਥੇ ਅਗਰ ਦੇਰ ਆਰ ਲੈਸ ਪੀਪਲ ਐਂਟਰਿੰਗ ਇਨਟੂ ਦ ਮਾਰਕੀਟ ਤੇ ਉਹਨਾਂ ਨੇ ਰਿਸਪੈਕਟ ਦੇਣੀ ਹੈਗੀ, ਵਧੀਆ ਵੀ ਜੌਬ ਮਿਲਣੀ ਹੈਗੀ। ਸੋ EMPLOYABILITY ਇਜ਼ ਵੈਰੀ ਇੰਪੋਰਟੈਂਟ, ਕੁਆਲਿਟੀ ਆਫ EMPLOYMENT ਟਾਈਪ ਆਫ ਥਿੰਗ, ਰਾਈਟ। ਤੇ ਅਗਰ ਨੰਬਰ ਘੱਟ ਹੋਣਗੇ ਤਾਂ ਜਿਹੜੇ ਲੋਕੀ ਪਹਿਲਾਂ ਇੱਥੇ ਨੇ ਜਾਂ ਕਿ ਜਿਹੜੇ ਆਉਣਗੇ, ਲਿਵਿੰਗ ਸਟੈਂਡਰਡ ਆਫ ਲਾਈਫ ਵਿਲ ਇੰਪਰੂਵ, ਰਾਈਟ। ਦੂਜੀ ਚੀਜ਼ EMPLOYABILITY ਦੇ ਚਾਂਸਸ ਵੱਧ ਜਾਣੇ ਹੈਗੇ। ਤੀਜੀ ਚੀਜ਼ ਜਿਹੜੀ ਗੌਰਮੈਂਟ ਨੇ ਸਪਾਊਜ਼ਲ ਬੈਨ ਲਾ ਦੇਣਾ ਹੈਗਾ, then only quality people will come, whose focus will be just to study, right? And be then an asset to the country, of course asset to the country। Number 4, now students know that ਕਿ ਮਾਸਟਰਸ ਕਰਕੇ ਜਾਂ PhD ਕਰਕੇ ਹੀ ਸਾਨੂੰ 3 ਸਾਲ ਦਾ ਓਪਨ ਵਰਕ ਪਰਮਿਟ ਮਿਲਣਾ ਆ, then people will start thinking about doing masters or higher education। ਬਿਲਕੁਲ। ਸੋ ਜਿਹੜਾ ਫਾਇਦਾ ਹੋਣਾ ਆ ਉਹ ਇਕੱਲੇ ਕੈਨੇਡੀਅਨ ਗੌਰਮੈਂਟ ਨੂੰ ਜਾਂ ਕੈਨੇਡੀਅਨ ਕਮਿਊਨਿਟੀ ਨੂੰ ਨਹੀਂ ਹੋਣਾ ਹੈਗਾ, ਉਹ ਸਟੂਡੈਂਟ ਨੂੰ ਹੀ ਹੋਣਾ ਹੈਗਾ। ਤੇ ਜਿਹੜਾ ਰਿਫਾਰਮ ਹੋਇਆ ਹੈਗਾ ਟੈਕਨੀਕਲੀ ਉਹ ਸਟੂਡੈਂਟਸ ਦੇ ਬੈਟਰਮੈਂਟ ਲਈ ਹੀ ਹੋਇਆ ਹੈਗਾ, ਟੂ ਬੀ ਵੈਰੀ ਓਨੈਸਟ, ਰਾਈਟ। ਆਪਾਂ ਦੂਜੇ ਪਰਸਪੈਕਟਿਵ ਸੋਚਦੇ ਹਾਂ ਕਿ ਨਹੀਂ ਬਾਈ ਸਟੂਡੈਂਟ ਦਾ ਮਾੜਾ ਹੋਣਾ ਹੈਗਾ, ਤੁਸੀਂ ਜੈਨੂਅਨਲੀ ਸੋਚੋ ਤੇ ਇਹਦੇ ਵਿੱਚ ਤੇ ਸਟੂਡੈਂਟ ਦਾ ਕੁਝ ਨੁਕਸਾਨ ਤਾਂ ਨਹੀਂ ਹੋ ਰਿਹਾ ਨਾ। ਜਿਹੜੇ ਨਵੇਂ ਸਟੂਡੈਂਟਸ ਆਉਣਗੇ ਉਹਨਾਂ ਨੂੰ ਅਗਰ ਇੱਥੇ ਜੌਬ ਮਿਲਣੀ ਹੈਗੀ ਆ, ਇੱਕ ਗਾਰੰਟੀ ਹੋਣੀ ਹੈਗੀ ਕਿ ਹਾਂ ਗਾਹਾਂ ਚੱਲ ਕੇ ਮੈਨੂੰ ਪੋਸਟ ਗ੍ਰੈਡ ਵਰਕ ਪਰਮਿਟ ਮਿਲਿਆ ਹੈਗਾ। ਸਭ ਤੋਂ ਇੰਪੋਰਟੈਂਟ ਚੀਜ਼ ਜਿਹੜਾ ਸਭ ਤੋਂ ਬਰਨਿੰਗ ਟੌਪਿਕ ਹੈਗਾ, ਦਿਸ ਇਜ਼ ਕੋਰਿਲੇਟਿਡ, ਠੀਕ ਹੈ। ਹੁਣ ਕੀ ਹੈਗਾ ਕਿ ਪਿਛਲੇ 2 ਸਾਲਾਂ ਤੋਂ PR ਮਿਲਣੀ ਬਹੁਤ ਔਖੀ ਹੈਗੀ, ਬਹੁਤ ਸਕੋਰਸ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜਾ ਕੱਟ ਆਫ ਹੈਗਾ ਬਹੁਤ ਜ਼ਿਆਦਾ ਹਾਈ ਹੈਗਾ। ਵਾਈ? ਬਿਕਾਜ਼ ਕੰਪੀਟੀਸ਼ਨ ਹੀ ਬਹੁਤ ਜ਼ਿਆਦਾ ਹੈਗਾ, ਕੱਟ ਥਰੋਟ ਕੰਪੀਟੀਸ਼ਨ ਆਪਾਂ ਕਹਿ ਸਕਦੇ ਹਾਂ, ਰਾਈਟ। ਜਦੋਂ ਕੱਟ ਸਟੂਡੈਂਟਸ ਆਉਣਗੇ ਦੇਰ ਵਿਲ ਬੀ ਲੈਸ ਪੀਪਲ ਅਪਲਾਈਂਗ ਫॉर PR, ਰਾਈਟ। ਤਾਂ ਉਹਨਾਂ ਦੇ ਜਿਹੜੇ PR ਹੋਣ ਦੇ ਚਾਂਸਸ ਨੇ ਉਹ ਵੱਧ ਜਾਣੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੈਗਾ ਕਿ ਗੌਰਮੈਂਟ ਵੀ ਕੀ ਕਰੂਗੀ, ਗੌਰਮੈਂਟ ਨੂੰ ਟਾਈਮ ਮਿਲਿਆ ਹੈਗਾ ਹੁਣ 2 ਸਾਲ ਦਾ, ਜਿਹੜਾ ਬੈਨ ਹੈਗਾ 2 ਸਾਲ ਦਾ ਲਾਇਆ ਹੈਗਾ ਉਹਨਾਂ ਨੇ, ਤੇ ਗੌਰਮੈਂਟ ਕੋਲੇ 2 ਸਾਲ ਦਾ ਟਾਈਮ ਹੈਗਾ ਕਿ ਦੇ ਹੈਵ ਟੂ ਥਿੰਕ ਅਬਾਊਟ ਮੇਕਿੰਗ ਅ ਡੈਡੀਕੇਟਿਡ ਪ੍ਰੋਗਰਾਮ for international students, because international students are the driving force ਹੈਗਾ ਕੈਨੇਡੀਅਨ ਇਕੋਨੋਮੀ ਨੂੰ ਗਾਹਾਂ ਪੋਪੂਲੇਸ਼ਨ ਨੂੰ ਇਨਕਰੀਜ਼ ਕਰਨ ਲਈ। ਸੋ ਗੌਰਮੈਂਟ ਕੋਲੇ ਟਾਈਮ ਹੈਗਾ ਐਂਡ ਦੇ ਆਰ ਵਰਕਿੰਗ ਔਨ ਇਟ। ਦਿਸ ਇਜ਼ ਅੰਡਰ ਦ ਟੇਬਲ ਨਿਊਜ਼ ਕਿ they are working on developing some program like TR to PR that was launched a couple of years back. Oh, lovely. Yeah, so they are working on such program, and maybe in coming months they will launch a dedicated program, not a temporary program. I guess we guess that it's going to be a permanent program for students. ਤੇ ਜਦੋਂ students ਨੂੰ ਪਤਾ ਹੋਊਗਾ ਕਿ ਕੈਨੇਡਾ ਜਾਣਾ ਆ, ਆਪਾਂ 2 ਸਾਲ ਪੜ੍ਹਾਈ ਕਰਨੀ ਹੈਗੀ, ਉਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਥਰੂ ਆਪਾਂ ਕੁਆਲੀਫਾਈ ਕਰ ਸਕਦੇ ਹਾਂ, then they will have a clear picture. Exactly. ਅੱਜ ਤੋਂ 2-3 ਸਾਲ ਪਹਿਲਾਂ ਕੁਝ ਬਸ ਜਾਣਾ ਉੱਥੇ ਹੱਲ ਹੋ ਜਾਣਾ, ਇੱਥੇ ਆ ਕੇ ਪਤਾ ਚਲਾ ਤੁਸੀਂ ਮੂਵੀ ਵੇਖਣ ਲਈ ਗਏ, ਦੂਜੀ ਦੇ ਅੰਦਰ ਦੂਜੀ ਮੂਵੀ ਚੱਲ ਪਈ, ਰਾਈਟ। ਸੋ ਨਾਓ ਪਿਕਚਰ ਵਿਲ ਬੀ ਮੋਰ ਕਲੀਅਰ, ਬਿਲਕੁਲ, ਰਾਈਟ। ਸੋ PR ਲੈਣੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਸੌਖੀ ਹੋ ਜਾਣੀ ਹੈ।
ਕਿਆ ਬਿਕਾਜ਼ ਆਫ ਦਿਸ ਪ੍ਰੋਗਰਾਮ ਰਾਈਟ। ਤੇ ਜਿਹੜੇ ਕੈਨੇਡਾ ਦੇ ਵਿੱਚ ਨੇ ਐਟਲੀਸਟ ਸਟੂਡੈਂਟ ਉਹਨਾਂ ਦੇ ਲਈ ਤਾਂ ਚੰਗਾ ਹੀ ਹੈਗਾ ਨਾ। ਬਿਲਕੁਲ ਮੈਨੂੰ ਲੱਗਦਾ ਬਾਕੀਆਂ ਲਈ ਅਪਾਰਟ ਫਰਮ ਸਟੂਡੈਂਟਸ ਹੋਰ ਕੈਟਾਗਰੀਜ਼ ਲਈ ਵੀ ਬਹੁਤ ਬੈਨੀਫੀਸ਼ੀਅਲ ਰਹੂਗੀ ਇਹ ਚੀਜ਼। ਹੁਣ ਮੈਂ ਚਾਹਾਂਗੀ ਐਂਡਿੰਗ ਵਿੱਚ ਤੁਸੀਂ ਜਲਦੀ ਚ ਸਾਨੂੰ ਇੱਕ ਲਾਈਨ ਸਮ ਅਪ ਕਰਕੇ ਦੇ ਪਾਓ ਕਿ PGWP ਵਾਲਿਆਂ ਲਈ ਹੁਣ ਵਰਕ ਪਰਮਿਟ ਦਾ ਕੀ ਫਿਊਚਰ ਰਹੂਗਾ। ਓਕੇ, ਪੋਸਟ ਗ੍ਰੈਡ ਵਰਕ ਪਰਮਿਟ। ਸੋ ਜਿਹੜੇ ਬੱਚੇ ਪਹਿਲਾਂ ਇੱਥੇ ਆਏ ਹੋਏ ਨੇ ਪੜ੍ਹਾਈ ਕਰ ਰਹੇ ਨੇ ਤੇ ਜਿਹੜੇ ਬੱਚੇ ਨਵੇਂ ਆਉਣਗੇ, ਸੋ ਇਹਦੇ ਵਿੱਚ ਗਾਈਡਲਾਈਨ ਹਜੇ ਕਲੀਅਰ ਨਹੀਂ ਹੈਗੀ ਆ ਕਿ ਜਿਹੜਾ ਨਵਾਂ ਚੇਂਜਸ ਇੰਪਲੀਮੈਂਟ ਕਰਨਾ ਹੈਗਾ ਗਵਰਨਮੈਂਟ ਨੇ ਉਹ ਕਿਹਨਾਂ ਤੇ ਇੰਪਲੀਮੈਂਟ ਹੋਊਗਾ, ਕਿ ਜਿਹੜੇ ਬੱਚੇ ਪਹਿਲਾਂ ਪੜ੍ਹ ਰਹੇ ਨੇ ਉਹਨਾਂ ਤੇ ਇੰਪਲੀਮੈਂਟ ਹੋਊਗਾ ਕਿ ਜਿਹੜੇ ਨਵੇਂ ਬੱਚੇ ਆਉਣਗੇ ਉਹਨਾਂ ਤੇ ਇੰਪਲੀਮੈਂਟ ਹੋਊਗਾ। ਬਟ ਆਈ ਵਿਲ ਟੈਲ ਯੂ ਦ ਪ੍ਰੋਗਰਾਮ ਜਿਹੜੇ ਚੇਂਜਸ ਨੇ, ਚੇਂਜਸ ਇਜ਼ ਵੈਰੀ ਸਿੰਪਲ। ਜਿਹੜੇ ਬੱਚੇ ਨੇ ਜਿੰਨੀ ਪੜ੍ਹਾਈ ਕਰਨੀ ਹੈਗੀ ਆ ਉਨੇ ਚਿਰ ਦਾ ਵਰਕ ਪਰਮਿਟ ਮਿਲਣਾ ਹੈਗਾ ਐਕਸੈਪਟ MBA। ਬਟ MBA ਇਜ਼ ਵੈਰੀ ਇੰਟਰਸਟਿੰਗ, MBA ਐਂਡ ਮਾਸਟਰਸ। ਅਗਰ ਕਿਸੇ ਬੱਚੇ ਨੇ MBA ਦੇ ਵਿੱਚ ਐਡਮਿਸ਼ਨ ਲਈ 2 ਸਾਲ ਦਾ ਯੂਜ਼ਲੀ MBA ਦਾ ਜਾਂ ਮਾਸਟਰਸ ਦਾ ਪ੍ਰੋਗਰਾਮ ਹੁੰਦਾ ਆ। ਅਗਰ ਤੁਸੀਂ MBA 1 ਸਾਲ ਦੇ ਵਿੱਚ ਵੀ ਕਰ ਲੈਂਦੇ ਹੋ ਜਾਂ 1.5 ਸਾਲ ਦੇ ਵਿੱਚ ਵੀ ਕਰ ਲੈਂਦੇ ਹੋ ਫਿਰ ਵੀ ਤੁਹਾਨੂੰ ਪੋਸਟ ਗ੍ਰੈਡ ਵਰਕ ਪਰਮਿਟ 3 ਸਾਲ ਦਾ ਹੀ ਮਿਲਣਾ ਹੈਗਾ। ਸੋ ਦਿਸ ਇਜ਼ ਅ ਗੁੱਡ ਥਿੰਗ, ਰਾਈਟ, ਦੈਟਸ ਅ ਗੁੱਡ ਥਿੰਗ, ਰਾਈਟ। ਬਿਕਾਜ਼ ਤੁਸੀਂ ਇੱਦਾਂ ਵੀ ਸੋਚੋ ਨਾ ਕਿ MBA ਕਿਹੜੇ ਸਟੂਡੈਂਟਸ ਆਉਂਦੇ ਨੇ, ਮੈਚਿਓਰ ਇੰਟੈਲੀਜੈਂਟ ਡੈਡੀਕੇਟਿਡ ਸਟੂਡੈਂਟਸ, ਦੇ ਕਮ ਫॉर ਡੂਇੰਗ MBA ਐਂਡ ਮਾਸਟਰਸ, ਰਾਈਟ। ਜਿਹੜੇ ਸਟੂਡੀਅਸ ਬੱਚੇ ਹੁੰਦੇ ਨੇ ਉਹ ਇੱਥੇ MBA ਜਾਂ ਪੜ੍ਹਾਈ ਕਰਨੀ ਹੈਗੀ ਇੱਥੇ, ਰਾਈਟ, ਦੇ ਆਰ ਐਨ ਐਸੈਟ ਟੂ ਕੈਨੇਡਾ, ਰਾਈਟ। ਤੇ ਉਹਨਾਂ ਦੇ ਲਈ ਬੈਨੀਫਿਟ ਹੈਗਾ। ਦੂਜਾ ਹੈਗਾ ਕਿ ਜਿਹੜੇ ਪ੍ਰਾਈਵੇਟ ਪਬਲਿਕ ਕੋਲੈਬੋਰੇਸ਼ਨ ਦੇ ਰਾਹੀਂ ਜਿੰਨਾ ਸਿਸਟਮ ਚੱਲਦਾ ਸੀਗਾ, ਜਿਹੜਾ ਸਭ ਤੋਂ ਪਹਿਲਾਂ ਡਿਸਕਸ਼ਨ ਆਪਾਂ ਸ਼ੁਰੂ ਕੀਤੀ ਸੀਗੀ ਕਿ ਜਿਹੜੇ ਪ੍ਰਾਈਵੇਟ ਕਾਲਜਸ ਦੇ ਵਿੱਚ ਬੱਚੇ ਪੜ੍ਹਦੇ ਸੀਗੇ ਪਰ ਪ੍ਰਾਈਵੇਟ ਕਾਲਜਸ ਦਾ ਐਫੀਲੀਏਸ਼ਨ ਹੁੰਦਾ ਸੀਗਾ ਪਬਲਿਕ ਯੂਨੀਵਰਸਿਟੀਜ਼ ਦੇ ਨਾਲ ਜਾਂ ਪਬਲਿਕ ਕਾਲਜਸ ਦੇ ਨਾਲ। ਤੇ ਇਹੋ ਜਿਹੇ ਜਿਹੜੇ ਸੈਟਅਪ ਹੋਏ ਨੇ ਉੱਥੇ ਅਗਰ ਕੋਈ ਬੱਚਾ ਪੜ੍ਹਦਾ ਹੈਗਾ ਉਹਨਾਂ ਨੂੰ ਪੋਸਟ ਗ੍ਰੈਡ ਵਰਕ ਪਰਮਿਟ ਗਵਰਨਮੈਂਟ ਨੇ ਨਹੀਂ ਦੇਣਾ ਆ। ਯਾ ਸੋ ਗਵਰਨਮੈਂਟ ਇਜ਼ ਵੈਰੀ ਇੰਟੈਲੀਜੈਂਟ। ਉਹ ਸਿੱਧੇ ਗਵਰਨਮੈਂਟ ਕਾਲਜਸ ਨੂੰ ਨਹੀਂ ਕਹਿ ਸਕਦੇ ਸੀ ਕਿ ਆਪਾਂ ਨਹੀਂ ਦੇਣਾ ਉਹਨਾਂ ਨੇ ਪ੍ਰੋਗਰਾਮ ਹੀ ਚੇਂਜ ਕਰਤਾ। ਤੇ ਇਹਦੇ ਕਰਕੇ ਕੀ ਹੋਊਗਾ ਕਿ ਜਿਹੜੇ ਪ੍ਰਾਈਵੇਟ ਕਾਲਜਸ ਨੇ ਉਹਨਾਂ ਨੂੰ ਸੋਚਣਾ ਪੈਣਾ ਕਿ ਇਨ ਆਰਡਰ ਟੂ ਕੰਟੀਨਿਊ ਔਰ ਰਿਮੇਨ ਇਨ ਦ ਬਿਜ਼ਨਸ what they have to do, ਗਵਰਨਮੈਂਟ ਨੇ ਰੂਲ ਇੰਪਲੀਮੈਂਟ ਕਰ ਦੇਣਾ ਹੈ। ਮੈਨੂੰ ਲੱਗਦਾ ਕਿਤੇ ਨਾ ਕਿਤੇ ਮੋਨੋਪਲੀ ਬਹੁਤ ਘੱਟ ਹੋਊਗੀ ਇਹਨਾਂ ਸਾਰਿਆਂ ਜਿਹੜੇ ਵਿੱਚੋਂ ਵਿੱਚ ਬਹੁਤ ਸਾਰੇ ਕੰਮ ਚੱਲ ਰਹੇ ਆ ਉਹਨਾਂ ਦੀ ਮੋਨੋਪਲੀ ਘੱਟ ਕੇ ਹੁਣ ਕੁਆਲਿਟੀ ਰਹਿ ਜਾਊਗੀ ਹਰ ਡਿਪਾਰਟਮੈਂਟ ਦੀ, ਬੀ ਇਟ ਇਮੀਗ੍ਰੇਸ਼ਨ ਕੰਸਲਟੈਂਟਸ ਆਲਸੋ, ਕਿਉਂਕਿ ਉਹ ਹੀ ਮੇਜਰ ਮੀਡੀਅਨ ਹੈ ਜਿਹੜੇ ਉਹ ਲਾਈਕ ਵੀ ਟਾਕਡ ਅਰਲੀਅਰ ਕੈਨੇਡੀਅਨ ਡ੍ਰੀਮਸ ਵੇਚਦੇ ਨੇ, ਇੰਡੀਆ ਬੈਠੇ ਆ ਕਿਤੇ ਵੀ ਬੈਠੇ। ਸੋ ਮੈਨੂੰ ਲੱਗਦਾ ਬਹੁਤ ਚੀਜ਼ਾਂ ਹੁਣ ਸੈਟਲ ਡਾਊਨ ਹੋ ਜਾਣਗੀਆਂ। ਸੋ ਅਨੁਜ ਜੀ ਓਵਰਆਲ ਬਹੁਤ ਮੀਨਿੰਗਫੁਲ ਕਨਵਰਸੇਸ਼ਨ ਸੀ। ਮੈਨੂੰ ਲੱਗਦਾ ਜਿੰਨੇ ਵੀ ਦਰਸ਼ਕ ਦੇਖ ਰਹੇ, ਸਟੂਡੈਂਟ ਸਪੈਸ਼ਲੀ ਦੇਖ ਰਹੇ, ਉਹਨਾਂ ਲਈ ਬਹੁਤ ਇਨਫੋਰਮੇਟਿਵ ਸੀਗੀ। ਬਟ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦੇਣਾ ਚਾਹੁੰਦੀ ਹਾਂ ਕਿ ਅਸੀਂ ਬਹੁਤ ਚੀਜ਼ 'ਤੇ ਇੱਕ ਬਾਰ-ਬਾਰ ਫੋਕਸ ਕਰ ਰਹੇ ਸੀਗੇ ਕਿ ਤੁਸੀਂ ਦੇਖੀ ਦਿਖਾਈਆਂ ਚੀਜ਼ਾਂ 'ਤੇ ਇੱਥੇ ਪਹੁੰਚ ਜਾਂਦੇ ਹੋ। ਇੱਥੇ ਆ ਕੇ ਤੁਹਾਡਾ ਜਿਹੜਾ ਕੈਨੇਡੀਅਨ ਡਰੀਮ ਹੈ ਉਹ ਟੁੱਟਦਾ ਹੈ ਬਹੁਤ ਗੰਦੇ ਵਾਲਾ, ਅਤੇ ਫਿਰ ਤੁਸੀਂ ਦੇਸ਼ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹੋ। ਬਟ ਦੇਸ਼ ਕੋਲ ਬਹੁਤ ਓਪਰਚੁਨਿਟੀਜ਼ ਨੇ, ਪ੍ਰੋਵਾਈਡਡ ਤੁਸੀਂ ਉਸ ਓਪਰਚੁਨਿਟੀ ਨੂੰ ਕਿਵੇਂ ਗ੍ਰੈਬ ਕਰਦੇ ਹੋ ਐਂਡ ਆਲਸੋ ਤੁਸੀਂ ਆ ਕਿਹੜੇ ਰਸਤੇ ਤੋਂ ਰਹੇ ਹੋ। ਸੋ ਮੈਨੂੰ ਲੱਗਦਾ ਇੱਕ ਬਹੁਤ ਵਧੀਆ ਸਾਡੇ ਕੋਲ ਅੱਜ RCIC ਦੇ ਐਕਸਪਰਟ ਬੈਠੇ ਅਤੇ ਮੈਨੂੰ ਲੱਗਦਾ ਇਹਨਾਂ ਨੇ ਜਿੰਨੀ ਇਨਫੋਰਮੇਸ਼ਨ ਦਿੱਤੀ ਹੈ ਤੁਹਾਨੂੰ ਉਸ ਚੀਜ਼ ਤੋਂ ਹੀ ਬਹੁਤ ਹੱਦ ਤੱਕ ਸਾਨੂੰ ਜੱਜਮੈਂਟ ਹੋ ਜਾਂਦੀ ਹੈ ਇਹਨਾਂ ਦੀ ਵਾਸਟ ਨੌਲੇਜ ਦੀ। ਸੋ ਅਨੁਜ ਜੀ ਜਿੰਨੇ ਵੀ ਸਟੂਡੈਂਟਸ ਦੇਖ ਰਹੇ ਉਹਨਾਂ ਦੇ ਪੇਰੈਂਟਸ ਵੀ ਦੇਖ ਰਹੇ ਫॉर दैट ਮੈਟਰ, ਇੱਕ ਦੋ ਕੀ ਬੇਸਿਕ ਚੀਜ਼ਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਕਿਵੇਂ ਉਹ ਆਪਣੇ ਪਾਥਵੇ ਨੂੰ ਅੱਗੇ ਪਰਸਿਊ ਕਰਨ ਜੇ ਹਲੇ ਵੀ ਉਹ ਕੈਨੇਡਾ ਆਉਣ ਦੀ ਪਲੈਨਿੰਗ ਕਰ ਰਹੇ ਨੇ, ਤਾਂ ਤੁਹਾਨੂੰ ਕਿਵੇਂ ਰੀਚ ਆਊਟ ਕਰ ਸਕਦੇ ਨੇ? ਓਕੇ, ਫਰਸਟ ਥਿੰਗ Canada is a land of opportunities still, right? There are vast opportunities, but ਤੁਹਾਨੂੰ ਪਹਿਲਾਂ ਸੋਚਣਾ ਪੈਣਾ, ਰਿਸਰਚ ਕਰਨੀ ਪੈਣੀ ਹੈ। ਸੋ ਵੀ ਆਰ ਕੈਨੇਡੀਅਨ ਬੇਸਡ ਫਰਮ ਅਤੇ ਸਾਡਾ ਆਫਿਸ ਇੰਡੀਆ ਦੇ ਵਿੱਚ ਵੀ ਹੈਗਾ। ਅਤੇ ਕੰਪਨੀਜ਼ ਨੇਮ ਇਜ਼ ਕੈਨੈਕਸ ਇਮੀਗ੍ਰੇਸ਼ਨ। ਅਗਰ ਤੁਸੀਂ ਇਮੀਗ੍ਰੇਸ਼ਨ ਤੋਂ ਰਿਲੇਟਿਡ ਥੋੜੀ ਕੋਈ ਕੁਐਰੀ ਹੈਗੀ, ਤੁਸੀਂ ਜਾਣਨਾ ਚਾਹੁੰਦੇ ਹੋ, ਯੂ ਕੈਨ ਕੰਟੈਕਟ ਅਸ ਐਟ 7785643555। ਬਿਲਕੁਲ। ਸੋ ਅਨੁਜ ਜੀ ਦਾ ਆਫਿਸ ਸਰੀ 'ਚ ਵੀ ਹੈਗਾ। ਮੈਂ ਸਾਰੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ, ਸਰੀ ਵੈਨਕੂਵਰ ਦੇ ਕੋਲ BC 'ਚ ਵੀ ਇਹਨਾਂ ਦਾ ਆਫਿਸ ਹੈਗਾ। ਸੋ ਉਹ ਐਡਰੈਸ ਵੀ ਮੈਂ ਮੈਂਸ਼ਨ ਕਰ ਦੂੰਗੀ, ਇਹਨਾਂ ਦੇ ਓਫੀਸ਼ੀਅਲ ਈਮੇਲਸ ਅਤੇ ਫੋਨ ਨੰਬਰਸ ਵੀ ਮੈਂ ਮੈਸੇਜ ਕੈਪਸ਼ਨ 'ਚ ਇਨਕਲੂਡ ਕਰ ਦੂੰਗੀ। ਤੁਹਾਡੇ ਕੋਲ ਕੋਈ ਵੀ ਕੁਐਰੀ ਹੈ ਤੁਸੀਂ ਜਲਦ ਤੋਂ ਜਲਦ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ ਅਤੇ ਇਹਨਾਂ ਨਾਲ ਆਪਦੀ ਫਾਈਲ ਡਿਸਕਸ ਕਰ ਸਕਦੇ ਹੋ, ਆਪਣੇ ਨੋਰਮਲ ਕਲੋਜ਼ਸ ਵੀ ਡਿਸਕਸ ਕਰ ਸਕਦੇ ਹੋ, ਕਿਉਂਕਿ ਗੱਲ ਕਰਨਾ ਇੱਕ ਜੈਨੂਇਨ ਫਰਮ ਨਾਲ ਜੁੜਨਾ ਤੁਹਾਡਾ ਸਭ ਤੋਂ ਪਹਿਲਾ ਸਟੈਪ ਹੈ ਟੂਵਰਡਸ ਪਲੈਨਿੰਗ ਫॉर ਕੈਨੇਡਾ ਨਾਓ। ਸੋ ਅਨੁਜ ਜੀ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਪਹਿਲੀ ਗੱਲ ਤਾਂ Thank you very much, Prachi, for giving me an opportunity to talk about this burning topic. Yeah, thank you very much and sat shri akal to everybody. ਬਿਲਕੁਲ। ਸੋ ਮੇਰੇ ਨਾਲ ਜੁੜ ਚੁੱਕੇ ਸੀ ਕੈਨੈਕਸ ਇਮੀਗ੍ਰੇਸ਼ਨ ਕੰਸਲਟੈਂਟ ਸਰੀ ਤੋਂ ਅਨੁਜ ਸੈਂਗਰ ਜੀ। ਸੋ ਬਹੁਤ ਵਧੀਆ ਗੱਲਾਂ ਦੱਸੀਆਂ ਇਹਨਾਂ ਨੇ ਸਾਨੂੰ, ਬਹੁਤ ਇਨਫੋਰਮੇਟਿਵ ਸੈਸ਼ਨ ਸੀਗਾ। ਜਿੰਨੇ ਵੀ ਬੇਸਿਕ ਬੁਲਟ ਪੁਆਇੰਟਸ ਸੀਗੇ ਮੈਨੂੰ ਲੱਗਦਾ ਸਾਰੇ ਕਵਰ ਹੋ ਗਏ।
ਆਲ ਓਵਰ ਜੇ ਕਨਵਰਸੇਸ਼ਨ ਦਾ ਇੱਕ ਮੈਂ ਨਿਚੋੜ ਕੱਢਾਂਗੀ ਉਹ ਆਹੀ ਹੋਊਗਾ ਕਿ ਤੁਸੀਂ ਸਭ ਤੋਂ ਪਹਿਲਾਂ ਜੇ ਕੈਨੇਡਾ ਆਉਣ ਬਾਰੇ ਸੋਚ ਵੀ ਰਹੇ ਹੋ ਜਾਂ ਫਿਰ ਹੁਣ ਤੁਸੀਂ ਫਸ ਚੁੱਕੇ ਹੋ ਕਿਸੇ ਸਿਚੁਏਸ਼ਨ 'ਚ, ਤਾਂ ਇੱਕ ਇੰਟੈਲੀਜੈਂਟ ਬੰਦੇ ਕੋਲ ਆਪਦੇ ਆਪ ਨੂੰ ਲੈ ਕੇ ਜਾਓ। ਉਹ ਤੁਹਾਡਾ ਫਰਸਟ ਸਟੈਪ ਹੈ, ਇੰਸਟੈਡ ਆਫ ਗੂਗਲ ਤੇ ਕੋਈ ਹੋਰ ਚੀਜ਼ ਨੂੰ ਸਰਚ ਕਰਨਾ ਜਾਂ ਫਿਰ ਦੋਸਤਾਂ ਕੋਲ ਜਾਣਾ ਜਾਂ ਫਿਰ ਉਹਨਾਂ ਹੀ ਇੰਸਟੀਟਿਊਸ਼ਨਸ ਵਿੱਚ ਜਾ ਕੇ, ਪ੍ਰਾਈਵੇਟ ਇੰਸਟੀਟਿਊਸ਼ਨਸ ਕੋਲ ਜਾ ਕੇ ਉਹਨਾਂ ਦੇ ਹੀ ਬੰਦਿਆਂ ਨਾਲੋਂ ਹੋਰ ਫਸਣ ਤੋਂ ਬੈਟਰ ਹੈ ਤੁਸੀਂ ਹਲੇ ਵੀ ਅਲਰਟ ਹੋ, ਸਾਵਧਾਨ ਹੋ ਤੇ ਕਿਸੇ ਵਧੀਆ ਇਨਸਾਨ ਨਾਲ ਆਪਣੀ ਕੇਸ ਨੂੰ ਡਿਸਕਸ ਕਰੋ। ਐਂਡ ਮੈਂ ਇਹਨਾਂ ਦੇ ਨੰਬਰਸ ਵੀ ਵਿੱਚ ਮੈਂਸ਼ਨ ਕਰ ਰਹੀ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ। ਟਿਲ ਦੈਨ ਮੈਂ ਪ੍ਰਾਚੀ ਸੈਣੀ ਅੱਜ ਦੇ ਸਾਡੇ ਇਸ ਖਾਸ ਪੇਸ਼ਕਸ਼ ਤੋਂ ਲੈਂਦੀ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।